कि प्रोफैसर जी.एन. साई बाबा जी ਜਿਹੜੇ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਅਪਾਹਜ ਨੇ, ਜੇਲ੍ਹ 'ਚ ਸਾੜਿਆ ਜਾ ਰਿਹਾ। ਉਹਨਾਂ ਦੀ ਇਸ ਵੇਲੇ ਮਾਂ ਵੀ ਕਾਫੀ ਬਿਮਾਰ ਹੈ, ਬਾਵਜੂਦ ਇਸ ਦੇ ਸਰਕਾਰ ਛੱਡਣ ਲਈ ਤਿਆਰ ਨਹੀਂ। ਉਨੀ ਬਿਮਾਰੀਆਂ ਚਿਮੜੀਆਂ ਹੋਈਆਂ, ਉਸ ਦੇ ਬਾਵਜੂਦ ਵੀ ਹਮਦਰਦੀ ਦੇ ਆਧਾਰ 'ਤੇ ਬੇਲ ਦੇਣ ਲਈ ਸਰਕਾਰ ਤਿਆਰ ਨਹੀਂ। ਸਰਕਾਰ ਨੇ ਕੋਰਾ ਜਵਾਬ ਦਿੱਤਾ ਕਿ ਇਸ ਨੂੰ ਨਹੀਂ ਛੱਡਿਆ ਜਾਵੇਗਾ। ਉਸ ਦੀ ਖਾਤਰ ਵੀ ਉਸਨੇ ਟਵਿੱਟਰ ਤੇ ਜਾ ਕੇ, ਸੋਸ਼ਲ ਮੀਡੀਆ ਤੇ ਜਾ ਕੇ ਇਹ ਬਿਆਨ ਦਿੱਤਾ ਕਿ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਮੁਖਾਤਬ ਹੋ ਕੇ ਕਿ ਇਸ ਵਿਅਕਤੀ ਨੂੰ ਛੱਡਿਆ ਜਾਵੇ, ਕਿਉਂਕਿ ਮੈਂ ਖੁਦ ਅਪੰਗ ਹਾਂ, ਮੈਂ ਇਸ ਦਰਦ ਨੂੰ ਸਮਝ ਸਕਦਾ। ਵੈਸੇ ਵੀ ਜਦੋਂ ਅਸੀਂ ਕਹਿੰਦੇ ਆ ਕਿ ਕਿਸੇ ਬੰਦੇ ਦੀ ਜਿਹੜੀ ਪਰਿਭਾਸ਼ਾ ਨਿਸ਼ਚਿਤ ਕਰਨੀ ਹੋਵੇ, ਕਹਿੰਦੇ ਆ ਕਿ ਸਰੀਰਕ ਤੌਰ ਤੇ ਹੱਥ ਪੈਰ ਚੱਲਦੇ ਹੋਣ, ਨੈਣ ਪ੍ਰਾਣ ਤੰਦਰੁਸਤ ਹੋਣ, ਤਾਂ ਉਹ ਤੋਂ ਬਹੁਤ ਆਸ ਰੱਖੀ ਜਾ ਸਕਦੀ ਹੈ ਕਿ ਬਹੁਤ ਕੁਝ ਕਰ ਸਕਦਾ ਹੈ। ਜਿਹੜੇ ਬੱਚਿਆਂ ਨੌਜਵਾਨਾਂ ਦੇ ਅੰਦਰ ਉਹ ਘਾਟ ਵੀ ਹੋਵੇ, ਉਸ ਘਾਟ ਦੇ ਬਾਵਜੂਦ ਉਹ ਬਿਹਤਰੀਨ ਰੋਲ ਅਦਾ ਕਰ ਰਹੇ ਹੋਣ, ਉਹਨਾਂ ਦਾ ਸਤਿਕਾਰ ਜਿੰਨਾ ਵੀ ਹੋਵੇ ਕਰਨਾ ਬਣਦਾ ਹੈ। ਜਦੋਂ ਮੈਂ ਇੰਡੀਅਨ ਐਕਸਪ੍ਰੈਸ 'ਚ ਕੰਮ ਕਰਦਾ ਸੀ ਰੋਪੜ, ਤਾਂ ਚੰਦਰ ਪ੍ਰਕਾਸ਼ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਹੁੰਦੇ ਸੀ, ਉਹਨਾਂ ਦੇ ਵੀ ਸੁਭਾਅ ਨਾਲ ਪੋਸਟਿੰਗ ਰੋਪੜ 'ਚ ਸੀ। ਸੋ ਸਾਨੂੰ ਮੋਢੇ ਨਾਲ ਮੋਢੇ ਲਾ ਕੇ ਕੰਮ ਕਰਨ ਦਾ ਮੌਕਾ ਮਿਲਿਆ। ਸੋ ਹੋਇਆ ਇਸ ਤਰ੍ਹਾਂ ਕਿ ਜਦੋਂ ਯਸ਼ਵੀਰ ਦਾ ਜਨਮ ਹੋਇਆ ਜਿਸ ਸਾਲ, ਉਸ ਸਾਲ ਜਦੋਂ ਦੀਵਾਲੀ ਆਈ, ਤਾਂ ਚੰਦਰ ਪ੍ਰਕਾਸ਼ ਨੇ ਇਹ ਨੋਟਿਸ ਕੀਤਾ, ਅਨੁਭਵ ਕੀਤਾ ਕਿ ਬਾਹਰ ਜਿਹੜੀ ਆਤਿਸ਼ਬਾਜ਼ੀ ਹੋ ਰਹੀ ਹੈ, ਪਟਾਕੇ ਵੱਜ ਰਹੇ ਨੇ ਗਲੀਆਂ ਦੇ ਵਿੱਚ, ਉਸ ਦਾ ਬੱਚੇ 'ਤੇ ਕੋਈ ਅਸਰ ਹੈ ਨਹੀਂ ਤਾਂ ਇੰਨਾ ਛੋਟਾ ਜਿਹੜਾ ਮਲੂਕ ਜਿਹਾ ਬੱਚਾ ਜਦੋਂ ਬਾਹਰ ਆਤਿਸ਼ਬਾਜ਼ੀ ਹੁੰਦੀ ਹੋਵੇ, ਪਟਾਕੇ ਵੱਜਦੇ ਹੋਣ, ਤੇ ਜਾਂ ਤਾਂ ਉਹ ਮਤਲਬ ਰੋਵੂਗਾ ਨਹੀਂ ਤੇ ਘੱਟੋ ਘੱਟ ਤਰਬਕੂਗਾ ਜ਼ਰੂਰ। ਸੋ ਇਸ ਕਿਸਮ ਦੀ ਕੋਈ ਭਾਵਨਾ ਨੇ ਨੋਟਿਸ ਨਹੀਂ ਕੀਤੀ। ਉਹਨੂੰ ਡਾਕਟਰ ਕੋਲ ਲੈ ਕੇ ਗਏ ਔਰ ਜਿਸ ਚੀਜ਼ ਦਾ ਡਰ ਸੀ ਉਹੀ ਹੋਇਆ। ਡਾਕਟਰ ਨੇ ਸਾਫ਼ ਕਹਿਤਾ ਕਿ ਇਹ ਬੱਚਾ ਜਮਾਂਦਰੂ ਜਿਹੜਾ ਹੈ, ਬੋਲਾ ਹੈ, ਇਹ ਸੁਣ ਨਹੀਂ ਸਕਦਾ। ਉਸ ਬੱਚੇ ਦੀ ਇੰਨੀ ਵਧੀਆ ਪਰਵਰਿਸ਼ ਉਹਨਾਂ ਨੇ ਕੀਤੀ ਕਿ ਅੱਜ ਉਹ ਜਿਹੜਾ ਨਿਆਣਾ ਹੈ ਇਸ ਜਵਾਨੀ ਦੀ ਉਮਰ ਦੇ ਵਿੱਚ ਅਪੰਗਤਾ ਦੇ ਬਾਵਜੂਦ ਬੈਡਮਿੰਟਨ ਦਾ ਵਧੀਆ ਖਿਡਾਰੀ ਹੈ, ਸ਼ਤਰੰਜ ਦਾ ਵਧੀਆ ਖਿਡਾਰੀ ਹੈ, ਔਰ ਇਹਨਾਂ ਖੂਬੀਆਂ ਕਾਰਨ ਉਸ ਨੂੰ ਬਹੁਤ ਵਧੀਆ ਇਨਾਮ ਵੀ ਮਿਲੇ। ਕੇਂਦਰ ਸਰਕਾਰ ਨੇ ਵੀ ਉਸ ਨੂੰ ਪਿਛਲੇ ਸਾਲ ਇੱਕ ਬਹੁਤ ਵੱਡਾ ਪੁਰਸਕਾਰ ਦਿੱਤਾ ਕਿ ਨੌਜਵਾਨੀ ਦੇ ਖੇਤਰ 'ਚ ਇੱਕ ਲੀਡਰਸ਼ਿਪ ਉਸਨੇ ਸ਼ੋਅ ਕੀਤੀ ਹੈ। ਪਰ ਜਿਹੜੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਸ ਨੂੰ ਜਿਹੜਾ ਇਨਾਮ ਵੀ ਮਿਲਿਆ, ਹਾਂਜੀ, ਉਸਨੇ ਉਹਦੀ ਵਰਤੋਂ ਕਿਵੇਂ ਕੀਤੀ। ਹੁਣ ਕੋਵਿਡ-19 ਸੰਕਟ ਦੇ ਮੱਦੇਨਜ਼ਰ ਉਸ ਬੱਚੇ ਨੇ ਆਪਣੇ ਹੱਥੀਂ ਜਿਹੜੇ ਗਰੀਬ ਲੋਕ ਨੇ, ਦਿਹਾੜੀਦਾਰ ਨੇ, ਜਿਨ੍ਹਾਂ ਨੂੰ ਖਾਣ ਨੂੰ ਕੁਝ ਮਿਲ ਨਹੀਂ ਸੀ ਰਿਹਾ, ਉਹਨਾਂ ਲਈ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ, ਘਰੋਂ ਘਰੀ ਰਾਸ਼ਨ ਪਹੁੰਚਾਇਆ। ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਵਾਗਤ ਹੈ। ਮਨੁੱਖੀ ਦਰਦ ਰੱਖਣ ਵਾਲੇ ਲੋਕਾਂ ਬਾਰੇ ਕਿਸੇ ਸਮੇਂ ਡਾਕਟਰ ਭਾਈ ਵੀਰ ਸਿੰਘ ਨੇ ਲਿਖਿਆ ਕਿ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, ਅੰਦਰਲਾ ਪੰਗਰ ਵਗ ਤੁਰਦਾ, ਨੈਣੋ ਨੀਰ ਵਹਾਂਦਾ, ਫਿਰ ਵੀ ਦਰਦ ਨਾ ਘਟੇ ਜਗਤ ਦਾ, ਚਾਹੇ ਆਪਾ ਵਾਰੋ, ਪਰ ਪੱਥਰ ਨਹੀਂ ਬਣਿਆ ਜਾਂਦਾ, ਦਰਦ ਦੇਖ ਦੁੱਖ ਆਂਦਾ। ਮਨੁੱਖੀ ਦਰਦ ਦੀ ਦਾਸਤਾਨ ਇਹਨਾਂ ਦਿਨਾਂ ਦੇ ਵਿੱਚ ਕੋਵਿਡ-19 ਦੌਰਾਨ ਸਾਹਮਣੇ ਆਈ। ਬਹੁਤ ਸਾਰੀਆਂ ਸੰਸਥਾਵਾਂ ਉਜਾਗਰ ਹੋਈਆਂ ਅਜਿਹੇ ਸੇਵਾ ਭਾਵਨਾ ਦੇ ਕਾਰਜਾਂ ਲਈ, ਜਿਨ੍ਹਾਂ ਨੇ ਮਨੁੱਖੀ ਦਰਦ ਨੂੰ ਪਹਿਚਾਣਿਆ ਵੀ ਅਤੇ ਅੱਗੇ ਹੋ ਕੇ ਆਪਣਾ ਰੋਲ ਨਿਭਾਇਆ। ਵਿਅਕਤੀਗਤ ਤੌਰ 'ਤੇ ਐਸੀਆਂ ਮਿਸਾਲਾਂ ਸਾਹਮਣੇ ਆਈਆਂ ਜਿਹੜੀਆਂ ਕਿ ਵਿਚਾਰਨਯੋਗ ਨੇ, ਜਿਨ੍ਹਾਂ ਨੇ ਅਜਿਹਾ ਬੇਹੱਦ ਸ਼ਾਨਦਾਰ ਕੰਮ ਕੀਤਾ ਕਿ ਮਨੁੱਖਤਾ ਦਾ ਸਿਰ ਉੱਚਾ ਹੋਇਆ। ਇਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ, ਜਿਸ ਦੇ ਅਪੰਗ ਹੋਣ ਦੇ ਬਾਵਜੂਦ, ਵਿਕਲਾਂਗਤਾ ਦੇ ਬਾਵਜੂਦ ਉਸ ਦੀ ਸੇਵਾ ਨੇ ਇਤਿਹਾਸ ਸਿਰਜਿਆ। ਜਸ਼ਵੀਰ ਗੋਇਲ ਨਾਂ ਦਾ ਬਠਿੰਡੇ ਦਾ ਇਹ ਨੌਜਵਾਨ, ਇਸ ਨੇ ਕੋਵਿਡ-19 ਦੇ ਵਿੱਚ ਜਿੱਥੇ ਅੱਗੇ ਹੋ ਕੇ ਸੇਵਾ ਕੀਤੀ, ਮਨੁੱਖੀ ਦਰਦ ਨੂੰ ਪਹਿਚਾਣਿਆ, ਆਪਣੇ ਸਰੀਰਕ ਵਿਕਲਾਂਗਤਾ ਦੇ ਬਾਵਜੂਦ ਸੇਵਾ ਨਿਭਾਈ, ਉੱਥੇ ਦੂਜਿਆਂ ਲਈ ਚੰਨ ਮਨਾਰਾ ਬਣਿਆ। ਉਹ ਮਨੁੱਖੀ ਅਧਿਕਾਰਾਂ ਦੇ ਖੇਤਰ ਦੇ ਵਿੱਚ ਵੀ, ਮਨੁੱਖੀ ਅਧਿਕਾਰਾਂ ਦਾ ਉਹ ਪੱਖ ਜਿੱਥੇ ਹਕੂਮਤਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ 'ਤੇ ਚੰਗੇ ਭਲੇ ਤੰਦਰੁਸਤ ਲੋਕ ਵੀ ਜ਼ੁਬਾਨ ਬੰਦ ਕਰੀ ਬੈਠੇ ਨੇ, ਮੂੰਹ 'ਚ ਘੁੰਗਣੀਆਂ ਪਾਈ ਬੈਠੇ ਨੇ। ਜਿਹੜੇ ਹੱਟੇ ਕੱਟੇ ਲੋਕ ਨੇ ਉਹ ਸੱਤਾ ਦੇ ਨਾਲ ਜੁੜ ਕੇ ਆਨੰਦ ਮਾਣਦੇ ਨੇ, ਪਰ ਇਹ ਅਪਾਹਜ ਵਿਅਕਤੀ ਜਿਸ ਤਰੀਕੇ ਨਾਲ ਸੇਵਾ ਕਰ ਰਿਹਾ, ਉਹਨਾਂ ਸਾਰਿਆਂ ਤੋਂ ਕਿਤੇ ਬਿਹਤਰ ਹੈ। ਇਹ ਮਨੁੱਖੀ ਦਰਦ ਦੀ ਇੱਕ ਸ਼ਾਨਦਾਰ ਮਿਸਾਲ ਹੈ ਤੇ ਅਜਿਹੀਆਂ ਹੋਰ ਮਿਸਾਲਾਂ ਵੀ, ਇਹਨਾਂ ਦੀ ਗੱਲ ਅੱਜ ਉਸਾਰੂ ਸਿਰਜਨਾਤਮਕ ਵਿਸ਼ੇ ਵਜੋਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਇੱਕ ਊਰਜਾ ਅੰਦਰ ਪੈਦਾ ਹੋਏ, ਸਾਡੇ ਅੰਦਰ ਇੱਕ ਚਾਹ ਪੈਦਾ ਹੋਵੇ, ਇੱਕ ਉਤਸ਼ਾਹ ਪੈਦਾ ਹੋਵੇ, ਇਸ ਗੱਲ ਨੂੰ ਲੈ ਕੇ ਹਾਜ਼ਰ ਹਾਂ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਗੁਰਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ ਔਰ ਅਸੀਂ ਖੁਸ਼ਖਬਰ ਖਬਰ ਨੂੰ ਆਧਾਰ ਬਣਾ ਕੇ ਡਿਸਕਸ਼ਨ ਕਰਨ ਲਈ ਮੌਕਾ ਜਿਹੜਾ ਤੁਸੀਂ ਦਿੱਤਾ, ਉਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਧੰਨਵਾਦ ਜੀ। ਜਿਸ ਤਰ੍ਹਾਂ ਇਸ ਬੱਚੇ ਦੇ ਬਾਰੇ ਸੰਕੇਤ ਮਾਤਰ ਗੱਲ ਕੀਤੀ ਹੈ, ਵੈਸੇ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸੇ ਬੰਦੇ ਦੀ ਜਿਹੜੀ ਪਰਿਭਾਸ਼ਾ ਨਿਸ਼ਚਿਤ ਕਰਨੀ ਹੋਵੇ, ਕਹਿੰਦੇ ਹਾਂ ਕਿ ਸਰੀਰਕ ਤੌਰ 'ਤੇ ਹੱਥ ਪੈਰ ਚੱਲਦੇ ਹੋਣ, ਨੈਣ ਪ੍ਰਾਣ ਤੰਦਰੁਸਤ ਹੋਣ, ਤਾਂ ਉਹ ਤੋਂ ਬਹੁਤ ਆਸ ਰੱਖੀ ਜਾ ਸਕਦੀ ਹੈ ਕਿ ਬਹੁਤ ਕੁਝ ਕਰ ਸਕਦਾ ਹੈ, ਕਿਉਂਕਿ ਕੁਦਰਤ ਨੇ ਉਹਨੂੰ ਉਸ ਕਾਮਯਾਬ ਰੂਪ ਦੇ ਵਿੱਚ ਪੇਸ਼ ਕੀਤਾ ਜਿਹੜਾ ਕਿ ਹੋਣਾ ਚਾਹੀਦਾ।
ਪਰ ਜਿਹੜੇ ਬੱਚਿਆਂ ਨੌਜਵਾਨਾਂ ਦੇ ਅੰਦਰ ਉਹ ਘਾਟ ਵੀ ਹੋਵੇ, ਉਸ ਘਾਟ ਦੇ ਬਾਵਜੂਦ ਉਹ ਬਿਹਤਰੀਨ ਰੋਲ ਅਦਾ ਕਰ ਰਹੇ ਹੋਣ, ਉਹਨਾਂ ਦਾ ਸਤਿਕਾਰ ਜਿੰਨਾ ਵੀ ਹੋਵੇ ਕਰਨਾ ਬਣਦਾ ਹੈ। ਸੋ ਮੈਂ ਚਾਹਾਂਗਾ ਕਿ ਇਸ ਨੌਜਵਾਨ ਬਾਰੇ ਕੁਝ ਜਾਣਕਾਰੀ ਦਰਸ਼ਕਾਂ ਨਾਲ ਪਹਿਲਾਂ ਸਾਂਝੀ ਕਰੋ, ਤਾਂ ਕਿ ਉਸ ਤੋਂ ਬਾਅਦ ਅਸੀਂ ਦੁਨੀਆ ਭਰ 'ਚ ਜੋ ਲੋਕ ਅਜਿਹਾ ਕੰਮ ਕਰ ਰਹੇ ਨੇ ਉਹਨਾਂ ਦੇ ਸਤਿਕਾਰ ਵਜੋਂ ਵਿਚਾਰ ਕਰ ਸਕੀਏ। ਬਿਲਕੁਲ ਜੀ, ਗੁਰਵਿੰਦਰ ਸਿੰਘ ਜੀ ਜਿਹੜਾ ਬੱਚਾ ਯਸ਼ਵੀਰ ਗੋਇਲ, ਤਕਰੀਬਨ 21-22 ਸਾਲ ਦੀ ਉਮਰ ਇਸ ਦਾ ਜਨਮ 1999 'ਚ ਹੋਇਆ ਜੀ। ਬਠਿੰਡੇ ਨਾਲ ਇਸ ਦਾ ਪਰਿਵਾਰ ਸੰਬੰਧਿਤ ਹੈ। ਚੰਦਰ ਪ੍ਰਕਾਸ਼ ਇਸ ਦੇ ਪਿਤਾ ਜੀ ਕਿਸੇ ਵੇਲੇ ਬਹੁਤ ਚੋਟੀ ਦੇ ਪੱਤਰਕਾਰ ਹੁੰਦੇ ਸੀ, ਟ੍ਰਿਬਿਊਨ ਅਖਬਾਰ 'ਚ ਕੰਮ ਕਰਦੇ ਹੁੰਦੇ ਸੀ। ਮੈਨੂੰ ਵੀ ਉਹਨਾਂ ਦਾ ਕੰਮ ਕਰਨ ਦਾ ਮੌਕਾ ਮਿਲਿਆ ਜੀ। ਸੋ ਜਦੋਂ ਮੈਂ ਇੰਡੀਅਨ ਐਕਸਪ੍ਰੈਸ 'ਚ ਕੰਮ ਕਰਦਾ ਸੀ ਰੋਪੜ, ਤਾਂ ਚੰਦਰ ਪ੍ਰਕਾਸ਼ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਹੁੰਦੇ ਸੀ। ਉਹਨਾਂ ਦੇ ਵੀ ਸੁਭਾਅ ਨਾਲ ਪੋਸਟਿੰਗ ਰੋਪੜ 'ਚ ਸੀ। ਸੋ ਸਾਨੂੰ ਮੋਢੇ ਨਾਲ ਮੋਢੇ ਲਾ ਕੇ ਕੰਮ ਕਰਨ ਦਾ ਮੌਕਾ ਮਿਲਿਆ। ਚੰਦਰ ਪ੍ਰਕਾਸ਼ ਇੱਕ ਬਹੁਤ ਦਲੇਰ ਤੇ ਇਮਾਨਦਾਰ ਪੱਤਰਕਾਰ ਰਹੇ ਨੇ, ਔਰ ਉਹਨਾਂ ਨੇ ਪੱਤਰਕਾਰੀ ਦੇ ਖੇਤਰ 'ਚ ਆਪਣਾ ਰੂਹਾ ਬਣਵਾਇਆ। ਇਹ ਤਾਂ ਉਹੀ ਉਹਨਾਂ ਦੀ ਕਹਾਣੀ ਜੀ। 99 'ਚ ਇਸ ਬੱਚੇ ਦਾ ਜਨਮ ਹੋਇਆ। ਸੋ ਹੋਇਆ ਇਸ ਤਰ੍ਹਾਂ ਕਿ ਜਦੋਂ ਯਸ਼ਵੀਰ ਦਾ ਜਨਮ ਹੋਇਆ ਜਿਸ ਸਾਲ, ਉਸ ਸਾਲ ਜਦੋਂ ਦੀਵਾਲੀ ਆਈ, ਤਾਂ ਚੰਦਰ ਪ੍ਰਕਾਸ਼ ਨੇ ਇਹ ਨੋਟਿਸ ਕੀਤਾ, ਅਨੁਭਵ ਕੀਤਾ ਕਿ ਬਾਹਰ ਜਿਹੜੀ ਆਤਿਸ਼ਬਾਜ਼ੀ ਹੋ ਰਹੀ ਹੈ, ਪਟਾਕੇ ਵੱਜ ਰਹੇ ਨੇ ਗਲੀਆਂ ਦੇ ਵਿੱਚ, ਉਸ ਦਾ ਬੱਚੇ 'ਤੇ ਕੋਈ ਅਸਰ ਹੈ ਨਹੀਂ ਤਾਂ ਇੰਨਾ ਛੋਟਾ ਜਿਹੜਾ ਮਲੂਕ ਜਿਹਾ ਬੱਚਾ ਜਦੋਂ ਬਾਹਰ ਆਤਿਸ਼ਬਾਜ਼ੀ ਹੁੰਦੀ ਹੋਵੇ, ਪਟਾਕੇ ਵੱਜਦੇ ਹੋਣ, ਤੇ ਜਾਂ ਤਾਂ ਉਹ ਮਤਲਬ ਰੋਵੂਗਾ ਨਹੀਂ ਤੇ ਘੱਟੋ ਘੱਟ ਤੜਪੂਗਾ ਜ਼ਰੂਰ। ਸੋ ਇਸ ਕਿਸਮ ਦੀ ਕੋਈ ਭਾਵ ਉਹਨਾਂ ਨੇ ਨੋਟਿਸ ਨਹੀਂ ਕੀਤੇ। ਉਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਇਸ ਨੂੰ ਸੁਣਦਾ ਨਹੀਂਗਾ। ਉਹਨੂੰ ਡਾਕਟਰ ਕੋਲ ਲੈ ਕੇ ਗਏ, ਔਰ ਜਿਸ ਚੀਜ਼ ਦਾ ਡਰ ਸੀ ਉਹੀ ਹੋਇਆ। ਡਾਕਟਰ ਨੇ ਸਾਫ਼ ਕਹਿਤਾ ਕਿ ਇਹ ਬੱਚਾ ਜਮਾਂਦਰੂ ਜਿਹੜਾ ਹੈ, ਬੋਲਾ ਹੈ, ਇਹ ਸੁਣ ਨਹੀਂ ਸਕਦਾ। ਸੋ ਇੰਨੇ ਸਾਲ ਲੱਗੇ ਉਸ ਬੱਚੇ ਦੀ ਪਰਵਰਿਸ਼ ਕਰਦਿਆਂ। ਬਠਿੰਡਾ ਕੋਈ ਇਹੋ ਜਿਹਾ ਸੰਪੰਨ ਇਲਾਕਾ ਵੀ ਨਹੀਂ ਕਹਿ ਸਕਦੇ, ਹਾਲਾਂਕਿ ਬਠਿੰਡੇ ਦੀ ਕਾਇਆ ਕਲਪ ਹੋ ਚੁੱਕੀ ਹੈ ਕਾਫੀ ਚਿਰ ਤੋਂ, ਪਰ ਬਠਿੰਡਾ ਫਿਰ ਵੀ ਦਿੱਲੀ ਨੀਗਾ, ਕੋਈ ਬੰਬੇ ਵਰਗਾ ਮਹਾਨਗਰ ਨੀਗਾ ਜਿੱਥੇ ਬਹੁਤ ਸਾਰੀਆਂ ਸੁਵਿਧਾਵਾਂ ਹੋਣ। ਸੋ ਇੱਕ ਮੋਡਸ ਦੇ ਮਾਹੌਲ 'ਚ ਜਿਹੜਾ ਇਹ ਪਰਿਵਾਰ ਰਹਿੰਦਾ, ਉਹਨਾਂ ਨੇ ਉਸ ਦੀ ਪਰਵਰਿਸ਼ ਕੀਤੀ। ਇੰਨੀਆਂ ਸੁਵਿਧਾਵਾਂ ਨਾ ਹੋਣ ਦੇ ਬਾਵਜੂਦ ਉਸ ਬੱਚੇ ਦੀ ਇੰਨੀ ਵਧੀਆ ਪਰਵਰਿਸ਼ ਉਹਨਾਂ ਨੇ ਕੀਤੀ ਕਿ ਅੱਜ ਉਹ ਜਿਹੜਾ ਨਿਆਣਾ ਹੈ ਇਸ ਜਵਾਨੀ ਦੀ ਉਮਰ ਦੇ ਵਿੱਚ, ਅਪੰਗਤਾ ਦੇ ਬਾਵਜੂਦ ਬੈਡਮਿੰਟਨ ਦਾ ਵਧੀਆ ਖਿਡਾਰੀ ਹੈ, ਸ਼ਤਰੰਜ ਦਾ ਵਧੀਆ ਖਿਡਾਰੀ ਹੈ, ਔਰ ਇਹਨਾਂ ਖੂਬੀਆਂ ਕਾਰਨ ਉਸ ਨੂੰ ਬਹੁਤ ਵਧੀਆ ਇਨਾਮ ਵੀ ਮਿਲੇ। ਪੰਜਾਬ ਸਰਕਾਰ ਵੱਲੋਂ ਵੀ ਮਾਨਤਾ ਮਿਲੀ ਹੈ, ਕੇਂਦਰ ਸਰਕਾਰ ਨੇ ਵੀ ਉਸ ਨੂੰ ਪਿਛਲੇ ਸਾਲ ਇੱਕ ਬਹੁਤ ਵੱਡਾ ਪੁਰਸਕਾਰ ਦਿੱਤਾ ਕਿ ਨੌਜਵਾਨੀ ਦੇ ਖੇਤਰ 'ਚ ਇੱਕ ਲੀਡਰਸ਼ਿਪ ਉਸਨੇ ਸ਼ੋਅ ਕੀਤੀ ਹੈ। ਪਰ ਜਿਹੜੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਸ ਨੂੰ ਜਿਹੜਾ ਇਨਾਮ ਵੀ ਮਿਲਿਆ, ਉਸਨੇ ਉਹਦੀ ਵਰਤੋਂ ਕਿਵੇਂ ਕੀਤੀ। ਹੁਣ ਕੋਵਿਡ-19 ਸੰਕਟ ਦੇ ਮੱਦੇਨਜ਼ਰ ਉਸ ਬੱਚੇ ਨੇ ਆਪਣੇ ਹੱਥੀਂ ਜਿਹੜੇ ਗਰੀਬ ਲੋਕ ਨੇ, ਦਿਹਾੜੀਦਾਰ ਨੇ, ਜਿਨ੍ਹਾਂ ਨੂੰ ਖਾਣ ਨੂੰ ਕੁਝ ਮਿਲ ਨਹੀਂ ਸੀ ਰਿਹਾ, ਉਹਨਾਂ ਲਈ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ, ਘਰੋਂ ਘਰੀ ਰਾਸ਼ਨ ਪਹੁੰਚਾਇਆ। ਫਿਰ ਕੋਵਿਡ-19 ਵੇਲੇ ਸਰੀਰਕ ਦੂਰੀ ਬਣਾਈ ਜਾਵੇ, ਸਾਡੀ ਜ਼ਿੰਮੇਵਾਰੀਆਂ ਕੀ ਨੇ, ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਜਿਹਨੂੰ ਕਹਿੰਦੇ ਚਾਨਣਾ ਦਾ ਛੱਟਾ ਦੇਣ ਵਾਸਤੇ ਕਵਿਤਾਵਾਂ ਵੀ ਲਿਖੀਆਂ। ਬਹੁਤ ਖੂਬ। ਸੋ ਇਸ ਤਰ੍ਹਾਂ ਉਸਨੇ ਕਈ ਵਧੀਆ ਕੰਮ ਕੀਤੇ। ਨਾਲ ਦੀ ਨਾਲ ਜਿਹੜੀ ਵੱਡੀ ਗੱਲ ਇਹ ਹੈ, ਜਿਸ ਕਰਕੇ ਮੈਂ ਉਸ ਤੋਂ ਜ਼ਿਆਦਾ ਪ੍ਰਭਾਵਿਤ ਹਾਂ, ਕਿ ਪ੍ਰੋਫੈਸਰ GN ਸਾਈ ਬਾਬਾ ਜਿਹੜੇ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਅਪਾਹਜ ਨੇ, ਜੇਲ੍ਹ 'ਚ ਸਾੜਿਆ ਜਾ ਰਿਹਾ। ਉਹਨਾਂ ਦੀ ਇਸ ਵੇਲੇ ਮਾਂ ਵੀ ਕਾਫੀ ਬਿਮਾਰ ਹੈ, ਬਾਵਜੂਦ ਇਸ ਦੇ ਸਰਕਾਰ ਛੱਡਣ ਲਈ ਤਿਆਰ ਨਹੀਂ। ਉਨੀ ਬਿਮਾਰੀਆਂ ਚਿਮੜੀਆਂ ਹੋਈਆਂ, ਉਸ ਦੇ ਬਾਵਜੂਦ ਵੀ ਹਮਦਰਦੀ ਦੇ ਆਧਾਰ 'ਤੇ ਬੇਲ ਦੇਣ ਲਈ ਸਰਕਾਰ ਤਿਆਰ ਨਹੀਂ। ਸਰਕਾਰ ਨੇ ਕੋਰਾ ਜਵਾਬ ਦਿੱਤਾ ਕਿ ਇਸ ਨੂੰ ਨਹੀਂ ਛੱਡਿਆ ਜਾਵੇਗਾ। ਉਸ ਦੀ ਖਾਤਰ ਵੀ ਉਸਨੇ ਟਵਿੱਟਰ 'ਤੇ ਜਾ ਕੇ, ਸੋਸ਼ਲ ਮੀਡੀਆ 'ਤੇ ਜਾ ਕੇ ਇਹ ਬਿਆਨ ਦਿੱਤਾ ਕਿ ਨਰਿੰਦਰ ਮੋਦੀ ਨੂੰ ਸਿੱਧੇ ਤੌਰ 'ਤੇ ਮੁਖਾਤਬ ਹੋ ਕੇ ਕਿ ਇਸ ਵਿਅਕਤੀ ਨੂੰ ਛੱਡਿਆ ਜਾਵੇ, ਕਿਉਂਕਿ ਮੈਂ ਖੁਦ ਅਪੰਗ ਹਾਂ, ਮੈਂ ਇਸ ਦਰਦ ਨੂੰ ਸਮਝ ਸਕਦਾ। ਯਾਨੀ ਉਸ ਬੱਚੇ ਦੀ ਵੀ ਗੱਲ ਨਹੀਂ ਸੁਣੀ ਗਈ, ਪਰ ਉਸ ਬੱਚੇ ਦਾ ਇਹਨਾਂ ਕਹਿ ਦੇਣਾ ਵੀ ਕਾਫੀ ਸੀ। ਨਹੀਂ ਤਾਂ ਸਰਕਾਰੀ ਇਨਾਮ ਜਿਸ ਨੂੰ ਮਿਲਿਆ ਹੋਵੇ ਉਹ ਗੁਰੇਜ਼ ਕਰੂਗਾ। ਬਿਲਕੁਲ ਸਹੀ। ਸੋ ਮੈਂ ਸਮਝਦਾ ਮਨੁੱਖਤਾਵਾਦੀ ਸੋਚ ਹੈ। ਉਸ ਦੇ ਪਿਤਾ ਦੀ ਵਿਰਾਸਤ 'ਚ ਵੀ ਕੁਛ ਨਾ ਕੁਛ ਉਸ ਨੂੰ ਮਿਲਿਆ, ਕਿਉਂਕਿ ਉਹ ਵੀ ਇਹੋ ਜਿਹੇ ਪੱਤਰਕਾਰ ਸੀ, ਉਹਨਾਂ ਨੇ ਮਨੁੱਖੀ ਹੱਕਾਂ ਦੀ ਗੱਲ ਖੁੱਲ੍ਹ ਕੇ ਕੀਤੀ ਹੈ ਬੇਬਾਕੀ ਨਾਲ। ਸੋ ਯਸ਼ਵੀਰ ਨੇ ਉਸ ਰਾਹ ਨੂੰ ਅੱਗੇ ਤੋਰਿਆ। ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੋ ਗੱਲਾਂ ਨੇ ਨੋਟ ਕਰਨ ਵਾਲੀਆਂ। ਇੱਕ ਤਾਂ ਨੌਜਵਾਨ ਹੋ ਕੇ ਇਹੋ ਜਿਹਾ ਜਜ਼ਬਾ, ਅਪਾਹਜ ਹੋ ਕੇ ਇਹੋ ਜਿਹੀ ਸੋਚ, ਔਰ ਸਭ ਤੋਂ ਵੱਡੀ ਗੱਲ ਕਿ ਬਹੁ ਗਿਣਤੀ ਭਾਈਚਾਰਾ ਜੁੜਿਆ ਹੋਣ ਦੇ ਬਾਵਜੂਦ ਵੀ ਜਿਹੜੀ ਫਿਰਕੂ ਹਨੇਰੀ ਦੇ ਵਿੱਚ ਸਾਰਾ ਸਮਾਜ ਰੁੜਿਆ ਪਿਆ, ਉਸ ਦਾ ਇਸ ਪਰਿਵਾਰ 'ਤੇ ਅਸਰ ਨਹੀਂ ਪਿਆ। ਇਹ ਆਪਣੇ ਆਪ 'ਚ ਬਹੁਤ ਖੂਬਸੂਰਤ ਗੱਲ ਸੀ। ਤੁਸੀਂ ਜਿਸ ਤਰ੍ਹਾਂ ਵਿਆਖਿਆ ਕੀਤੀ, ਉਸ ਤੋਂ ਇਉਂ ਜਾਪਦਾ ਕਿ ਜਿਸ ਤਰ੍ਹਾਂ ਇਸ ਨੌਜਵਾਨ ਨੂੰ ਗੁੜਤੀ ਹੀ ਐਸੀ ਮਿਲੀ ਸੇਵਾ ਦੀ, ਤੇ ਉਸ ਤੋਂ ਬਾਅਦ ਉਸਨੇ ਉਸ ਨੂੰ ਅਪਣਾ ਕੇ ਕਿਵੇਂ ਆਪਣੇ ਆਪ ਨੂੰ ਪੇਸ਼ ਕੀਤਾ। ਬੋਲ ਨਾ ਸਕਣਾ, ਸੁਣ ਨਾ ਸਕਣਾ, ਇਸ ਦੇ ਬਾਵਜੂਦ ਮਨੁੱਖੀ ਦਰਦ ਨੂੰ ਪਹਿਚਾਨਣਾ ਤੇ ਸੇਵਾ ਨੂੰ ਅੱਗੇ ਰੱਖਣਾ, ਕਿਉਂਕਿ ਇਹ ਚੀਜ਼ਾਂ ਹੀ ਨੇ ਜਿਹੜੀਆਂ ਮਨੁੱਖ ਨੂੰ ਪਹਿਚਾਣ ਦਿੰਦੀਆਂ ਨੇ। ਕਈ ਵਾਰ ਬੰਦਾ ਸੁਣਦਾ ਵੀ ਹੁੰਦਾ, ਉਸ ਨੂੰ ਦਿਸਦਾ ਵੀ ਹੁੰਦਾ, ਪਰ ਦੇਖ ਕੇ ਵੀ ਉਹ ਕੁਝ ਨਹੀਂ ਕਰ ਰਿਹਾ ਹੁੰਦਾ, ਸੁਣ ਕੇ ਵੀ ਕੁਝ ਬੋਲ ਨਹੀਂ ਰਿਹਾ ਹੁੰਦਾ। ਜ਼ੁਬਾਨ ਜਿਹੜੀ ਆ ਮੂੰਹ 'ਚ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਘੁੰਗਣੀਆਂ ਪਾਈਆਂ ਹੁੰਦੀਆਂ, ਪਰ ਇਸ ਨੌਜਵਾਨ ਨੇ ਇਸ ਗੱਲ ਨੂੰ ਪੇਸ਼ ਕੀਤਾ। ਹੁਣ ਜਿੱਥੋਂ ਤੱਕ ਜਿਹੜੀ ਇਸ ਦੀ ਮਨੁੱਖੀ ਅਧਿਕਾਰਾਂ ਲਈ ਕਾਰਗੁਜ਼ਾਰੀ ਹੈ, ਜਿਵੇਂ ਤੁਸੀਂ ਉਦਾਹਰਨ ਵਜੋਂ ਇੱਕ ਮਿਸਾਲ ਦਿੱਤੀ GN ਸਾਈ ਬਾਬਾ ਦੀ, ਹੋਰ ਬਹੁਤ ਸਾਰੀਆਂ ਮਿਸਾਲਾਂ ਵੀ ਲਾਜ਼ਮੀ ਹੋਣਗੀਆਂ ਕਿ ਨੌਜਵਾਨ ਅੱਜ ਜਿਹੜੇ ਇਸ ਪਾਸੇ ਵੱਲ ਨੂੰ ਚੱਲਣ ਵਾਸਤੇ ਉਤਸ਼ਾਹਿਤ ਹੋਣ,
ਜਾਂ ਜਿਨ੍ਹਾਂ ਨੂੰ ਇਸ ਗੱਲ ਦਾ ਹੁੰਦਾ ਹੈ ਕਿ ਮੈਂ ਤਾਂ ਜੀ ਸਰੀਰਕ ਤੌਰ ਤੇ ਕਮਜ਼ੋਰ ਹਾਂ, ਮੈਂ ਕੀ ਕਰ ਸਕਦਾ, ਏਡੀਆਂ ਵੱਡੀਆਂ ਤਾਕਤਾਂ ਦੇ ਖਿਲਾਫ ਲੜ ਕਿਵੇਂ ਸਕਦਾ, ਜ਼ੁਲਮ ਕਰਨ ਵਾਲੇ ਬੜੇ ਤਾਕਤਵਰ ਨੇ, ਮੇਰੇ ਵਰਗਾ ਇਕੱਲਾ ਬੰਦਾ ਕੀ ਕਰ ਲਊਗਾ। ਕਈ ਵਾਰ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਬੰਦੇ ਢੇਰੀ ਢਾਈ ਬੈਠੇ ਹੁੰਦੇ ਨੇ, ਪਰ ਜਿਹੜੀ ਚੜ੍ਹਦੀ ਕਲਾ ਇਸ ਦੇ ਵਿੱਚ ਦਿਸ ਰਹੀ ਹੈ ਉਹ ਬੜੀ ਅਲੌਕਿਕ ਹੈ। ਬਿਲਕੁਲ ਅਲੌਕਿਕ ਗੁਰਵਿੰਦਰ ਸਿੰਘ ਜੀ, ਤੁਸੀਂ ਇੰਟਰੋਡਕਸ਼ਨ ਵੇਲੇ ਵੀ ਸਹੀ ਫਰਮਾਇਆ। ਜਿਹੜੇ ਹਿਸਟ ਪੁਸ਼ਟ ਨੇ, ਜਿਨ੍ਹਾਂ ਦਾ ਸਰੀਰ ਬਹੁਤ ਵਧੀਆ ਤੇ ਤਕੜੇ ਨੇ ਸਰੀਰ ਪੱਖੋਂ ਵੀ, ਤੇ ਅੰਦਰੋਂ ਜ਼ਮੀਰ ਮਰਿਆ ਹੋਇਆ, ਇਹੋ ਜਿਹੇ ਸਰੀਰ ਤੋਂ ਕੀ ਲੈਣਾ ਆਪਾਂ। ਸੋ ਮਤਲਬ ਸਰੀਰ ਤਾਂ ਇੱਕ ਤਰੀਕੇ ਨਾਲ ਜਿਉਂਦੀ ਲਾਸ਼ ਕਹਿ ਲਓ ਜਾਂ ਕਬਰ ਕਹਿ ਲਓ, ਠੀਕ ਹੈ ਨਾ। ਤਨ ਜਿਉਂਦਾ ਸੀ, ਤਨ ਅੰਦਰ ਮਨ ਮੋਇਆ ਸੀ, ਜਿਵੇਂ ਪਾਤਰ ਸਾਹਿਬ ਕਹਿੰਦੇ, ਉਹ ਵਾਲੀ ਮਿਸਾਲ ਲੋਕਾਂ ਨੇ ਕਾਇਮ ਕੀਤੀ ਹੋਈ। ਸੋ ਘੱਟੋ ਘੱਟ ਇਸ ਨੌਜਵਾਨ ਤੋਂ ਕੁਝ ਸਿੱਖ ਲਵੋ। ਜੇ ਉਹ ਬੋਲਣ ਦੀ ਹਾਲਤ 'ਚ ਨਹੀਂ, ਉਸ ਦੇ ਬਾਵਜੂਦ ਵੀ ਇੰਨਾ ਕੁਝ ਕਿਹਾ ਗਿਆ, ਉਹ ਆਪਣੇ ਆਪ 'ਚ ਇਸ ਗੱਲ ਦਾ ਸੋਚੇਗਾ ਕਿ ਜਿਹੜੇ ਮੂੰਹ 'ਤੇ ਘੁੰਗੜੀਆਂ ਪਾ ਕੇ ਬੈਠੇ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਸ ਗੱਲ ਤੋਂ। ਜਿਹੜੇ ਸਰੀਰ ਪੱਖੋਂ ਵੀ ਤਕੜੇ ਨੇ, ਉਹਨਾਂ ਲਈ ਵੀ ਸ਼ਰਮ ਦੀ ਗੱਲ। ਤੇ ਜਿਹੜੇ ਨੌਜਵਾਨ ਸਭ ਕੁਝ ਹੁੰਦਿਆਂ ਹੋਇਆਂ ਵੀ, ਸੁਵਿਧਾਵਾਂ ਹੁੰਦਿਆਂ ਹੋਇਆਂ ਵੀ ਢੇਰੀ ਢਾ ਕੇ ਬੈਠੇ ਆ, ਨਸ਼ਿਆਂ 'ਚ ਪੈ ਗਏ, ਗਲਤ ਪਾਸੇ ਚਲੇ ਗਏ, ਉਹਨਾਂ ਲਈ ਵੀ ਸਬਕ ਹੈ। ਬਿਲਕੁਲ। ਸੋ ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ। ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ, ਜਿਹੜੀ ਚੁਣੌਤੀਆਂ ਦਾ ਸਾਹਮਣਾ ਇਸ ਟੱਬਰ ਨੂੰ ਕਰਨਾ ਪਿਆ, ਇੱਕ ਤਾਂ ਸਮਾਜ ਵਿੱਚ ਸਾਡੇ ਬਹੁਤ ਭੈੜੇ ਸੰਸਕਾਰ ਨੇ ਕਿ ਜੇ ਕੋਈ ਨਹੀਂ ਬੋਲ ਸਕਦਾ, ਨਹੀਂ ਸੁਣ ਸਕਦਾ, ਜਾਂ ਜਿਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਉਸ ਦੇ ਬਾਰੇ ਭੈੜੇ ਤੋਂ ਭੈੜੇ ਸ਼ਬਦ ਉੱਤੇ ਬੋਲੇ ਜਾਂਦੇ ਰਹੇ। ਕਿਸ ਨੂੰ ਲੰਗੜਾ ਕਹਿਣਾ, ਕਿਸੇ ਨੂੰ ਲੂਲਾ ਕਹਿਣਾ, ਕਿਸੇ ਨੂੰ ਕੁਝ ਕਹੀ ਜਾਣਾ। ਇਹੋ ਜਿਹੀਆਂ ਗੱਲਾਂ ਉੱਥੇ ਬੜੇ ਵਾਹੀਆ ਢੰਗ ਨਾਲ ਲੋਕੀ ਬੋਲੇ ਕੱਸਦੇ ਆਏ ਨੇ, ਔਰ ਇਸ ਟੱਬਰ ਨੂੰ ਵੀ ਉਸ ਦੁੱਖ ਚੋਂ ਗੁਜ਼ਰਨਾ ਪਿਆ। ਇਸ ਬੱਚੇ ਨੂੰ ਸਕੂਲ 'ਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਬਿਲਕੁਲ। ਪਰ ਇਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ, ਆਪਣੀ ਰਾਹ ਤੁਰਦੇ ਗਏ। ਅੱਜ ਯਸ਼ਵੀਰ ਗੋਇਲ ਪੂਰੇ ਭਾਰਤੀਆਂ ਲਈ ਮਾਣ ਦਾ ਇੱਕ ਚਿੰਨ੍ਹ ਬਣਿਆ ਹੋਇਆ। ਪਰ ਜਿਹੜਾ ਉਹਨੇ ਇਸ ਪੜਾਅ ਤੇ ਜਾ ਕੇ ਸਾਈ ਬਾਬੇ ਲਈ ਹਾਦਾ ਨਾਰਾ ਮਾਰਨਾ, ਦੱਬੇ ਕੁਚਲੇ ਲੋਕਾਂ ਲਈ ਖੜੇ ਹੋਣਾ, ਇਹ ਇਸ ਗੱਲ ਨੂੰ ਦੱਸਦਾ ਕਿ ਜਿਹੜਾ ਵੱਡਾ ਭਾਈਚਾਰਾ ਜਿਹੜਾ ਉਸੇ ਖਾਮੋਸ਼ੀ ਧਾਰ ਕੇ ਬੈਠਾ, ਜ਼ੁਲਮੋ ਸਤਮ ਨੂੰ ਸਹਿ ਰਿਹਾ, ਉਹਨਾਂ ਦੇ ਲਈ ਵੀ ਇਹ ਸਬਕ ਹੈ। ਔਰ ਮੈਂ ਸਮਝਦਾ ਚੰਦਰ ਪ੍ਰਕਾਸ਼ ਦੀ ਆਪਣੀ ਜਿਹੜੀ ਉਹਨਾਂ ਨੇ ਸੇਧ ਦਿੱਤੀ, ਉਸ ਦਾ ਵੀ ਅਸਰ ਪਿਆ ਹੋਊਗਾ, ਲਾਜ਼ਮੀ ਤੌਰ ਤੇ ਪਿਆ ਹੋਊਗਾ। ਤੁਸੀਂ ਵੇਖੋ, ਜਦੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਸਲਾ ਆਇਆ, ਚੰਦਰ ਪ੍ਰਕਾਸ਼ ਨੇ ਟ੍ਰਿਬਿਊਨ ਵਿੱਚ ਉਦੋਂ ਸਟੋਰੀਆਂ ਕੀਤੀਆਂ। ਚੰਦਰ ਪ੍ਰਕਾਸ਼ ਨੂੰ ਮੈਂ ਇੰਟਰਵਿਊ ਕੀਤਾ ਉਹਨਾਂ ਦਿਨਾਂ 'ਚ। ਚੰਦਰ ਪ੍ਰਕਾਸ਼ ਦੇ ਇਹ ਲਫ਼ਜ਼ ਸੀਗੇ ਕਿ ਜਿਨ੍ਹਾਂ ਪੰਜਾਬ ਪੁਲਿਸ ਅਫਸਰਾਂ ਨੇ ਲੋਕਾਂ ਦੇ ਝੂਠੇ ਮੁਕਾਬਲੇ ਬਣਾਏ, ਉਹਨਾਂ ਦੇ ਖਿਲਾਫ ਤਾਂ ਅੱਜ ਤੱਕ ਸਟੇਟ ਨੇ ਕਾਰਵਾਈ ਨਹੀਂ ਕੀਤੀ। ਫਿਰ ਭੁੱਲਰ ਨੂੰ ਫਾਂਸੀ ਤੇ ਲਟਕਾਉਣ ਲਈ ਸਟੇਟ ਕਿਉਂ ਤੁਲਿਆ ਹੋਇਆ? ਇੱਕ ਬਹੁਤ ਗਿਣਤੀ ਭਾਈਚਾਰਾ ਜੁੜਿਆ ਹੋਇਆ ਪੱਤਰਕਾਰ ਇਹ ਗੱਲ ਕਹਿ ਰਿਹਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇਸ ਦਾ ਮਤਲਬ ਪਰਿਵਾਰ 'ਚ ਪਹਿਲਾਂ ਤੋਂ ਹੀ ਕਣ ਹੈ, ਮਨੁੱਖਤਾਵਾਦ ਦਾ ਕਣ ਹੈ। ਸੋ ਚਾਹੇ ਉਹਨਾਂ ਨੂੰ ਇਨਾਮ ਵੀ ਮਿਲਿਆ ਸਰਕਾਰ ਵੱਲੋਂ, ਮਾਨ ਧਨ ਵੀ ਮਿਲਿਆ, ਪਰ ਉਹਨਾਂ ਨੇ ਫਿਰ ਵੀ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਜ਼ੁਲਮ ਦੇ ਖਿਲਾਫ ਆਪਣਾ ਮੂੰਹ ਖੋਲ੍ਹਿਆ। ਤੇ ਕਈ ਤਾਂ ਜਿਹੜੇ ਸਰਕਾਰ ਤੋਂ ਇਨਾਮ ਲੈ ਕੇ ਖਾਮੋਸ਼ ਹੋ ਕੇ ਬੈਠੇ ਨੇ, ਜ਼ੁਬਾਨ ਬੰਦ ਕਰ ਲੈਂਦੇ, ਜ਼ੁਬਾਨਬੰਦੀ ਉਹਨਾਂ ਦੀ ਹੋ ਚੁੱਕੀ ਹੈ। ਉਹਨਾਂ ਬਾਰੇ ਆਪਾਂ ਕੀ ਕਹਿ ਸਕਦੇ? ਬਿਲਕੁਲ। ਪਰ ਯਸ਼ਵੀਰ ਦੀ ਇੱਕ ਸੰਖੇਪ ਜਿਹੜੀ ਕਹਾਣੀ ਹੈ, ਸਾਡੇ ਲਈ ਘੱਟੋ ਘੱਟ ਅਸੀਂ ਇਸ 'ਚੋਂ ਸਾਨੂੰ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ, ਚੰਗੇ ਭਵਿੱਖ ਦੀ ਇੱਕ ਆਸ ਬੱਝੀ ਹੈ। ਔਰ ਮੈਂ ਸਮਝਦਾ ਕਿ ਜਿਹੜੇ ਨੌਜਵਾਨ ਨੇ ਉਹ ਸਾਡੇ ਭਵਿੱਖ ਦੇ ਜੇ ਆਗੂ ਹੋਣ ਤੇ ਇਹੋ ਜਿਹੇ ਹੀ ਹੋਣਗੇ। ਔਰ ਤੁਸੀਂ ਇਹ ਵੇਖੋ ਕਿ ਈਵਨ ਬਹੁ ਗਿਣਤੀ ਦੇ ਵਿੱਚ ਵੀ ਗਣੇਸ਼ ਜੀ ਦੀ ਕਹਾਣੀ ਨੂੰ ਬਹੁਤ ਜ਼ਿਆਦਾ ਵਡਿਆ ਕੇ ਪੇਸ਼ ਕਰਦੇ ਨੇ, ਉਸ ਦੀ ਪੂਜਾ ਵੀ ਹੁੰਦੀ ਹੈ। ਕਹਾਣੀ ਕੀ ਸੀ ਗਣੇਸ਼ ਦੀ? ਜਦੋਂ ਚੰਨ ਨੇ ਉਸ ਦਾ ਮਜ਼ਾਕ ਉਡਾਇਆ ਕਿ ਕਿਹੋ ਜਿਹੀ ਸ਼ਕਲ ਸੂਰਤ ਹੈ, ਮੂੰਹ ਹਾਥੀ ਵਰਗਾ ਤੇ ਥੱਲੇ ਸਰੀਰ ਬੰਦਿਆਂ ਵਾਲਾ, ਤਾਂ ਗਣੇਸ਼ ਨੇ ਸ਼ਰਾਪ ਦਿੱਤਾ ਸੀਗਾ ਚੰਨ ਨੂੰ। ਫਿਰ ਲੋਕਾਂ ਨੇ ਜਾ ਕੇ ਮਿੰਨਤਾਂ ਕੀਤੀਆਂ, ਫਿਰ ਸ਼ਰਾਪ ਚੱਕਿਆ ਗਿਆ। ਉਹ ਕਹਾਣੀ ਦਾ ਮਤਲਬ ਭਾਵ ਸਿਰਫ ਇਹ ਸੀਗਾ ਕਿ ਕਿਸੇ ਦਾ ਮਜ਼ਾਕ ਨਾ ਉਡਾਓ, ਉਸ ਦੀ ਦਿੱਖ ਕਰਕੇ, ਨੈਮਿਕਸ ਕਰਕੇ, ਉਸ ਦੇ ਸਰੀਰਕ ਅਪੰਗਤਾ ਕਰਕੇ। ਪਰ ਸਾਡੇ ਉਸ ਸਮਾਜ ਦੇ ਵਿੱਚ ਉਸ ਤੋਂ ਉਲਟ ਗੱਲਾਂ ਹੋ ਰਹੀਆਂ। ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹੀ, ਅਸੀਂ ਗਣੇਸ਼ ਜੀ ਦੇ ਭਗਤ ਹਾਂ, ਸਾਈ ਬਾਬੇ ਲਈ ਤੁਸੀਂ ਹਮਦਰਦੀ ਨਹੀਂ ਰੱਖਦੇ, ਇਸ ਬੱਚੇ ਦਾ ਤੁਸੀਂ ਮਜ਼ਾਕ ਉਡਾਉਂਦੇ ਰਹੇ ਹੋ, ਅੱਜ ਉਹ ਕਿੱਥੇ ਪਹੁੰਚ ਗਿਆ, ਇਸ ਤੋਂ ਕੁਝ ਸਿੱਖੋ। ਬਿਲਕੁਲ ਜੀ। ਮੈਂ ਇੱਕ ਗੱਲ ਦੇਖ ਰਿਹਾ ਸੀ ਕਿ ਜਿਹੜੇ ਤੰਦਰੁਸਤ ਲੋਕ ਨੇ, ਉਹਨਾਂ ਦੀ ਚੁੱਪੀ ਤੇ ਇਹੋ ਜਿਹੇ ਜਿਹੜੇ ਬੱਚੇ ਨੇ ਜਿਹੜੇ ਕਿ ਇਸ ਬਲ ਦੀ, ਜਿਹੜੀ ਅੰਦਰੂਨੀ ਬਲ ਦੀ ਮਿਸਾਲ ਪੈਦਾ ਕਰ ਰਹੇ ਨੇ, ਉਹਨਾਂ ਦੀ ਦਲੇਰੀ ਜਿਹੜੀ ਹੈ ਇਹ ਇਸ ਨੂੰ ਕਾਇਲ ਹੋ ਸਕਦੇ ਹਾਂ ਅਸੀਂ ਸਾਰੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਇੱਕ ਬੜੇ ਉੱਤਮ ਕਵੀ ਹੋਏ ਨੇ। ਆਜ਼ਾਦੀ ਦੇ ਦਿਨਾਂ ਦੇ ਵਿੱਚ, ਸੰਘਰਸ਼ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਸ਼ਹੀਦੀ ਵੀ ਪਾਈ। ਉਹਨਾਂ ਦੀਆਂ ਕਵਿਤਾਵਾਂ ਕਮਾਲ ਦੀਆਂ ਨੇ। ਉਹਨਾਂ ਨੇ ਇੱਕ ਉਹ ਜਣਿਆ ਕਵਿਤਾ ਲਿਖੀ ਸੀ। ਉਸ ਕਵਿਤਾ ਦਾ ਜਿਹੜਾ ਕੁਝ ਸ਼ਬਦ ਤਾਂ ਅੱਗੇ ਪਿੱਛੇ ਹੋ ਸਕਦੇ ਨੇ, ਪਰ ਭਾਵ ਕੁਛ ਇਸ ਤਰ੍ਹਾਂ ਸੀ ਕਿ ਉਹ ਜਣਿਆ 7 ਫੁੱਟ ਉੱਚਾ ਤੇਰਾ ਸਰੀਰ, ਖਰਾਸ ਦੇ ਪੁੜ ਜਿੱਡੀ ਛਾਤੀ ਤੇ ਨਾੜਾਂ ਖੜੀਆਂ ਕਿਰਲਿਆਂ ਵਾਂਗ ਤੇਰੇ ਘਾਟੇ ਦੀਆਂ, ਪਰ ਇਸ ਸਰੀਰ ਦੇ ਵਿੱਚ ਕੋਈ ਜਾਨ ਵੀ ਹੈ, ਜੀਣ ਦਾ ਚਾਅ ਵੀ ਹੈ, ਲੜਨ ਦਾ, ਮਰਨ ਦਾ। ਜੇ ਕੁਝ ਨਹੀਂ ਤਾਂ ਪਰਾਂ ਮਰ ਚੋਬਰਾ ਕਿ ਧਰਤੀ ਦਾ ਭਾਰ ਹੌਲਾ ਹੋਵੇ। ਬਹੁਤ ਅੱਛੇ, ਬਿਲਕੁਲ ਇਹ ਸਹੀ ਗੱਲ ਉਹਨਾਂ ਨੇ ਕਹੀ ਹੈ। ਔਰ ਮੈਂ ਸਮਝਦਾ ਕਿ ਯਸ਼ਵੀਰ ਗੋਇਲ ਦੀ ਕਹਾਣੀ ਜਿਉਂਦੀ ਜਾਗਦੀ ਮਿਸਾਲ ਹੈ ਸਾਡੇ ਕੋਲ, ਉਸੇ ਹਕੀਕਤ ਨੂੰ ਬਿਆਨ ਕਰਦੀ ਜੋ ਕਾਲੇ ਪਾਣੀ ਨੇ ਆਪਣੀ ਕਵਿਤਾਵਾਂ 'ਚ ਜਿਹੜੇ ਭਾਵ ਉਹਨਾਂ ਨੇ ਉਜਾਗਰ ਕੀਤੇ ਨੇ।
ਸੋ ਪ੍ਰਤੱਖ ਰੂਪ 'ਚ ਸਾਡੇ ਕੋਲ ਮਿਸਾਲ ਆ। ਔਰ ਵੈਸੇ ਵੀ ਵੇਖਿਆ ਜਾਵੇ ਅਸੀਂ ਜੇ ਆਪਣੀ ਹਿਸਟਰੀ ਵੱਲ ਝਾਤੀ ਮਾਰੀਏ, ਜਿਵੇਂ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ, ਸਾਡੇ ਕੋਲ ਮਿਸਾਲਾਂ ਨੇ ਜਿੱਥੇ ਬੱਚਿਆਂ ਨੇ ਮੋਹਰੀ ਹੋ ਕੇ ਕਿੰਨਾ ਵੱਡਾ ਰੋਲ ਅਦਾ ਕੀਤਾ ਤੇ ਰੋਲ ਮਾਡਲ ਬਣੇ, ਸਾਡੇ ਲਈ ਆਦਰਸ਼ ਬਣੇ, ਸਾਡੇ ਆਦਰਸ਼ ਏਡੇ। ਪਰ ਮੈਂ ਇੱਕ ਗੱਲ ਦੇਖ ਰਿਹਾ ਗੁਰਪ੍ਰੀਤ ਸਿੰਘ ਜੀ, ਜਿੱਥੇ ਸਾਡੇ ਏਡੇ ਉੱਚੇ ਆਦਰਸ਼ ਨੇ, ਜਾਂ ਹੁਣ ਵੀ ਜਿਹੜੇ ਇਸ ਟਾਈਮ ਤੇ ਵੀ ਜਿਹੜੇ ਨੌਜਵਾਨ ਅੱਗੇ ਆ ਰਹੇ ਨੇ ਉਹ ਵੀ ਉਹਨਾਂ ਪੂਰਨਿਆਂ ਤੇ ਚੱਲ ਰਹੇ ਨੇ, ਉੱਥੇ ਕੀ ਗੱਲ ਹੈ ਕਿ ਜਦੋਂ ਅਸੀਂ ਪਰਵਰਿਸ਼ ਦੇ ਵਿੱਚੋਂ ਕੋਈ ਘਾਟ ਜਾਂ ਘਰੋਂ ਵੈਲਿਊਜ਼ ਨਹੀਂ ਮਿਲਦੀਆਂ, ਜਾਂ ਉਹਨਾਂ ਨੂੰ ਕੋਈ ਅਸੀਂ ਪੇਸ਼ਕਾਰੀ ਦੇ ਵਿੱਚ ਕਮੀ ਰੱਖਦੇ ਹਾਂ, ਜਾਂ ਸਾਡੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਇਹੋ ਜਿਹੀ ਸੇਵਾ ਬਿਰਤੀ ਦੀ ਭਾਵਨਾ ਨਹੀਂ ਮਿਲਦੀ ਕਿ ਆਮ ਜਿਹੜਾ ਚੰਗਾ ਭਲਾ ਵੀ ਬੱਚਾ ਜਾਂ ਨੌਜਵਾਨ ਹੈ, ਉਹਨਾਂ ਦੀ ਜਿੰਨੀ ਉਹਨਾਂ ਦੀ ਤੰਦਰੁਸਤੀ ਹੈ ਸਰੀਰਕ, ਉਹਨਾਂ ਮਾਨਸਿਕ ਤੌਰ ਤੇ ਉਹ ਤੰਦਰੁਸਤ ਨਹੀਂ ਹੈ। ਮਾਨਸਿਕ ਤੌਰ ਤੇ ਇਹਨਾਂ ਤੇਜ਼ ਤਰਾਰ ਨਹੀਂ ਕਿ ਉਹ ਇਸ ਤਰ੍ਹਾਂ ਦੀਆਂ ਭਾਵਨਾਵਾਂ ਸੋਚ ਸਕੇ। ਹੋ ਸਕਦਾ ਕਿ ਸਾਡੀਆਂ ਯੂਨੀਵਰਸਿਟੀਆਂ ਕਾਲਜਾਂ ਨੇ ਐਜੂਕੇਸ਼ਨ ਵੱਲੋਂ ਬਹੁਤ ਕੁਝ ਜਿਹੜਾ ਅਖਤਿਆਰ ਕੀਤਾ ਹੋਵੇ, ਪੈਸੇ ਕਮਾਉਣ ਵਾਲੇ ਜਿਹੜੇ ਡਿਗਰੀਆਂ ਬਹੁਤ ਦਿੱਤੀਆਂ ਹੋਣ, ਹਾਲਾਂਕਿ ਉੱਥੇ ਵੀ ਭੁੱਖੇ ਮਰਦੇ ਨੇ, ਗੁਰਬਤ ਹੈ ਬਹੁਤ, ਬੇਰੁਜ਼ਗਾਰੀ ਹੈ, ਪਰ ਜਿਹੜੀ ਆਦਰਸ਼ ਵੈਲਿਊਜ਼ ਨੇ, ਜਿਹੜੇ ਚਰਿੱਤਰ ਸਿਰਜਣਾ ਹੈ, ਕਰੈਕਟਰ ਜਿਹੜਾ ਮੇਕਿੰਗ ਵੈਲਿਊਜ਼ ਆ, ਉਹਨਾਂ ਦੀ ਬਹੁਤ ਘਾਟ ਹੈ। ਦੇਖੋ, ਇਹ ਤਾਂ ਇਸ ਦੀ ਲੋੜ ਤਾਂ ਹੈ ਕਿ ਬੱਚਿਆਂ ਨੂੰ ਇਸ ਗੱਲ ਲਈ ਪ੍ਰੇਰੋ ਕਿ ਉਹਨਾਂ 'ਚ ਸੂਖਮਤਾ ਪੈਦਾ ਹੋਵੇ, ਉਹਨਾਂ ਵਿੱਚ ਹਮਦਰਦੀ ਪੈਦਾ ਹੋਵੇ, ਇਸ ਕਿਸਮ ਦੇ ਕੋਈ ਚੀਜ਼ਾਂ ਪੜ੍ਹਾਈਆਂ ਜਾਣ ਸਕੂਲ ਦੇ ਵਿੱਚ। ਇਹ ਤਾਂ ਸਮੇਂ ਦੀ ਲੋੜ ਇਸ ਵੇਲੇ। ਪਰ ਮੈਨੂੰ ਯਾਦ ਹੈ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਕਿ ਸਾਨੂੰ ਇੱਕ ਮੋਰਲ ਸਾਇੰਸ ਪੜ੍ਹਾਈ ਜਾਂਦੀ ਸੀ, ਉਸ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਇੱਕ ਵੱਖਰਾ ਇੱਕ ਸਬਜੈਕਟ ਹੁੰਦਾ ਸੀ, ਵਿਸ਼ਾ ਹੁੰਦਾ ਸੀ। ਅੱਜ ਉਹ ਕਿੰਨਾ ਕੁ ਪੜ੍ਹਾਇਆ ਜਾ ਰਿਹਾ, ਨਹੀਂ ਪੜ੍ਹਾਇਆ ਜਾ ਰਿਹਾ, ਮੈਨੂੰ ਪਤਾ ਨਹੀਂ, ਪਰ ਉਸ ਦੀ ਲੋੜ ਜ਼ਰੂਰ ਆ। ਪਰ ਜਿਹੜੀ ਇੱਕ ਹੋਰ ਗੱਲ ਨੋਟ ਕਰਨ ਵਾਲੀ ਗੁਰਵਿੰਦਰ ਸਿੰਘ ਜੀ, ਕਿ ਹਰ ਇੱਕ ਬੱਚੇ ਦੇ ਵਿੱਚ ਇੰਨੀ ਕੁ ਯੋਗਤਾ ਹੁੰਦੀ ਹੈ ਕਿ ਉਹ ਆਪਣੇ ਆਜ਼ਾਦ ਤਰੀਕੇ ਨਾਲ ਸੋਚ ਸਕਦਾ। ਉਸ ਦੇ ਵਿੱਚ ਵੀ ਕਲਪਨਾਵਾਂ ਦਾ ਹੜ ਜਿਹੜਾ ਹੁੰਦਾ ਤੇ ਦਿਮਾਗ ਦੇ ਵਿੱਚ, ਕਈ ਵਾਰੀ ਕੀ ਹੁੰਦਾ, ਮਾਪੇ ਜਾਂ ਸਮਾਜ ਜਾਂ ਅਧਿਆਪਕ ਉਸ ਕਲਪਨਾ ਦੇ ਹੜ ਨੂੰ ਉੱਥੇ ਹੀ ਥੰਮ ਦਿੰਦੇ, ਉਸ ਨੂੰ ਪੁਗਰਨ ਨਹੀਂ ਦਿੰਦੇ। ਉਸਨੇ ਬਹੁਤ ਨੁਕਸਾਨ ਕੀਤਾ ਉਸ ਚੀਜ਼ ਨੇ। ਜਦੋਂ ਤੱਕ ਅਸੀਂ ਇਹ ਸੋਚਾਂਗੇ ਨਾ ਕਿ ਅਸੀਂ ਤੈਅ ਕਰਾਂਗੇ ਕਿ ਕੀ ਸਹੀ ਹੈ ਕੀ ਗਲਤ ਆ। ਹੁਣ ਜਿਹੜੇ ਭਾਈਚਾਰੇ ਤੋਂ ਚੰਦਰ ਪ੍ਰਕਾਸ਼ ਜੀ ਆਉਂਦੇ ਨੇ, ਜਾਂ ਜਿਹੜੇ ਵੱਡੇ ਭਾਈਚਾਰੇ ਦੇ ਲੋਕ ਅੱਜ ਕੱਲ੍ਹ ਹਿੰਦੂਤਵਾ ਦੀ ਬੜੀ ਗੱਲ ਕਰਦੇ ਆ, ਇਹ ਉਹਨਾਂ ਲਈ ਸਵਾਲ ਹੈ, ਇੱਕ ਪ੍ਰਸ਼ਨ ਆ। ਭਗਤ ਪ੍ਰਹਲਾਦ ਦੀ ਕਹਾਣੀ ਕੀ ਸੀਗੀ? ਇਹੀ ਸੀ ਨਾ ਕਿ ਬਾਪ ਉਸਨੂੰ ਹੰਕਾਰ ਨਾਲ ਦੱਸਦਾ ਸੀ ਕਿ ਮੈਂ ਹੀ ਰੱਬ ਹਾਂ, ਪਰ ਉਸਨੇ ਕਿਹਾ ਨਹੀਂ, ਮੈਂ ਨਹੀਂ ਤੇਰੀ ਗੱਲ ਨੂੰ ਮੰਨਦਾ। ਤੇ ਅੱਜ ਪ੍ਰਹਲਾਦ ਦਾ ਦਰਜਾ ਕਿੱਥੇ ਤੇ ਉਹਦੇ ਪਿਓ ਦਾ ਦਰਜਾ ਕਿੱਥੇ ਹੈ? ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਜਿਹੜੇ ਬੱਚਿਆਂ ਦੀ ਲੀਡਰਸ਼ਿਪ ਦੇ ਉੱਤੇ ਕਿੰਤੂ ਕਰਨ ਦੀ ਥਾਂ ਤੇ ਉਸ ਤੋਂ ਵੀ ਕੁਝ ਗ੍ਰਹਿਣ ਕਰਨਾ ਚਾਹੀਦਾ ਜੀ। ਡੈਨ ਜੌਰਜ ਜਿਹੜੇ ਮੂਲ ਵਾਸੀ ਇੱਥੇ ਕਵੀ ਹੋਏ ਆ, ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਕੁਝ ਤੋਂ ਸਿੱਖੋ, ਬੱਚਿਆਂ ਨੂੰ ਮੌਕਾ ਦਿਓ ਕਿ ਸਾਨੂੰ ਕੁਝ ਸਿਖਾਉਣ, ਕੁਝ ਸੇਧ ਦੇਣ। ਆਪਣੀ ਗੱਲਾਂ ਨਾ ਬੱਚਿਆਂ ਦੇ ਠੋਸੋ। ਕਈ ਵਾਰੀ ਬੱਚਿਆਂ ਦੇ ਕੋਲ ਤੁਹਾਡੇ ਨਾਲੋਂ ਵੱਧ ਅਕਲ ਹੁੰਦੀ ਹੈ। ਕਿੰਨੀਆਂ ਮਿਸਾਲਾਂ ਸਾਡੇ ਕੋਲ, ਕਿੰਨੀਆਂ ਮਿਸਾਲਾਂ ਨੇ। ਬਿਲਕੁਲ। ਸੋ ਅਸੀਂ ਫਿਰ ਵੀ ਮਤਲਬ ਅਸੀਂ ਸੋਚਣ ਲੱਗ ਪੈਂਦੇ ਕਿ ਲੀਡਰਸ਼ਿਪ ਸਾਡੇ ਹੱਥ 'ਚ ਹੋਵੇ। ਇੱਕ ਇਹ ਵੀ ਲਾਲਸਾ ਕਿ ਜਿਹੜੇ ਬੱਚੇ ਅੱਗੇ ਵੱਧ ਰਹੇ ਨੇ ਉਹ ਅੱਗੇ ਨਾ ਵੱਧ ਜਾਣ, ਸਾਡੇ ਤੋਂ ਅੱਗੇ ਨਾ ਨਿਕਲ ਜਾਣ। ਹਾਂਜੀ। ਤੇ ਤੁਸੀਂ ਭਾਵੇਂ ਤੁਹਾਡੀਆਂ ਲੱਤਾਂ ਕਬਰਾਂ ਵੱਲ ਨੂੰ ਹੋਣ, ਤਾਂ ਵੀ ਲਾਲਸਾ ਹੁੰਦੀ ਕਿ ਲੀਡਰਸ਼ਿਪ ਸਾਡੇ ਕੋਲ ਹੀ ਰਵੇ ਜੀ। ਸੋ ਕਈ ਵਾਰੀ ਨੌਜਵਾਨਾਂ ਨੂੰ ਅੱਗੇ ਨਾ ਵਧਣ ਦੇਣ ਦੇ ਲਈ ਇਸ ਕਿਸਮ ਦੀ ਲਾਲਸਾ ਵੀ ਕੰਮ ਕਰਦੀ ਹੈ। ਉਸਨੇ ਬਹੁਤ ਜ਼ਿਆਦਾ ਇੱਕ ਜਿਹੜਾ ਹੈ ਨਾਪੱਖੀ ਰੋਲ ਅਦਾ ਕੀਤਾ। ਮੈਨੂੰ ਉਮੀਦ ਹੈ ਕਿ ਸ਼ਾਇਦ ਮੇਰਾ ਇਹ ਜਵਾਬ ਤੁਹਾਡੇ ਜੀ ਗੱਲ ਤੁਸੀਂ ਜਿਸ ਤਰ੍ਹਾਂ ਵਿਸਤਾਰ ਦਿੱਤਾ ਕਿ ਜਿਹੜੀ ਅੱਜ ਸਮੇਂ ਦੀ ਲੋੜ ਹੈ ਉਹ ਇਹ ਹੈ ਕਿ ਹਰ ਘਰ ਦੇ ਵਿੱਚ ਇਹੋ ਜਿਹਾ ਬੱਚਾ ਹੋਵੇਗਾ ਲਾਜ਼ਮੀ, ਪਰ ਉਹਨੂੰ ਉਸ ਤਰ੍ਹਾਂ ਦੀ ਪਰਵਰਿਸ਼ ਵੀ, ਉਸ ਤਰ੍ਹਾਂ ਦਾ ਰੋਲ ਮਾਡਲ ਵੀ, ਤੇ ਉਸ ਤਰ੍ਹਾਂ ਦਾ ਮੌਕਾ ਵੀ ਮਿਲਣਾ ਚਾਹੀਦਾ। ਮੌਕੇ ਦੀ ਗੱਲ ਇੱਥੇ ਆ ਜਾਂਦੀ ਹੈ ਕਿ ਕਈ ਵਾਰ ਹਰ ਮਾਪਾ ਚਾਹੁੰਦਾ ਕਿ ਮੈਂ ਇਹਨੂੰ ਆਪਣੇ ਵਰਗਾ ਜਾਂ ਜਿਵੇਂ ਮੈਂ ਸੋਚਦਾ ਉਵੇਂ ਬਣਾਵਾਂ। ਜਿਹੜੀ ਉਹਦੀ ਮੌਲਿਕਤਾ ਹੁੰਦੀ ਹੈ ਉਹ ਖਤਮ ਹੁੰਦੀ ਜਾਂਦੀ ਹੈ। ਤੇ ਬਹੁਤ ਸਾਰੀਆਂ ਮਿਸਾਲਾਂ ਨੇ, ਪਰ ਜਿਨ੍ਹਾਂ ਬੱਚਿਆਂ ਨੂੰ ਅਸੀਂ ਇਤਿਹਾਸ ਵਿੱਚ ਬਹੁਤ ਬੁਲੰਦੀਆਂ ਤੇ ਦੇਖਦੇ ਹਾਂ, ਉਹਨਾਂ ਦੀਆਂ ਬਚਪਨ ਦੀਆਂ ਕਹਾਣੀਆਂ ਜਦੋਂ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਉਹ ਜਿਹੜੀ ਨਿਰਭਰਤਾ ਨਹੀਂ ਹੁੰਦੀ, ਆਤਮ ਵਿਸ਼ਵਾਸ ਵੀ ਹੁੰਦਾ, ਸਵੈ ਨਿਰਭਰਤਾ ਹੁੰਦੀ ਹੈ। ਆਪਣੇ ਤੇ ਉਹਨਾਂ ਨੂੰ ਕਿਸੇ ਤੇ ਨਿਰਭਰ ਰਹਿ ਕੇ ਚੱਲਣ ਦੀ ਸੁਭਾਅ ਤੇ ਬਿਰਤੀ ਨਹੀਂ ਹੁੰਦੀ। ਹੁਣ ਤੁਸੀਂ ਚਾਹੇ ਯੋਧਿਆਂ ਦੇ ਵਿੱਚੋਂ ਵੀਰ ਹਕੀਕਤ ਰਾਏ ਤੋਂ ਬਾਕੀ ਸਾਰਿਆਂ ਨੂੰ ਲੈ ਲਓ, ਚਾਹੇ ਅੱਜ ਜੇਕਰ ਤੁਸੀਂ ਦੇਖੋ ਬਹੁਤ ਇੰਟਰਨੈਸ਼ਨਲ ਲੈਵਲ ਤੇ ਬੱਚੇ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਮਲਾਲਾ ਤੋਂ ਲੈ ਕੇ ਅਨੇਕਾਂ ਹੋਰ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਤੁਸੀਂ ਦੇਖਦੇ ਹੋ ਕਿ ਵਿਸ਼ਵ ਪੱਧਰੀ ਜਿਹੜਾ ਮੰਚ ਤੇ ਉੱਭਰੇ ਨੇ। ਜਾਂ ਇਸ ਦੇ ਨਾਲ ਨਾਲ ਜਿਹੜੇ ਅੱਜ ਇੰਟਰਨੈਸ਼ਨਲ ਸਟੂਡੈਂਟ ਨੇ, ਮੈਂ ਜਦੋਂ ਉਹਨਾਂ ਨੂੰ ਵੀ ਦੇਖਦਾ ਨਾ, ਉਹਨਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਕੋਵਿਡ-19 ਦੇ ਕਾਰਨ ਬੜਾ ਔਖਾ ਸਮਾਂ, ਤੇ ਉਹ ਸਟੂਡੈਂਟ ਜਾ ਕੇ ਵਲੰਟੀਅਰ ਵਰਕ ਕਰਦੇ ਨੇ ਗੁਰਦੁਆਰਿਆਂ ਦੇ ਵਿੱਚ। ਆਮ ਜਦੋਂ ਮਾਹੌਲ ਬਣਿਆ ਹੋਇਆ, ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਹੁਤੇ ਜ਼ਿਆਦਾ ਵਿਅਕਤੀ ਜਿਹੜੇ ਆ ਪਹੁੰਚ ਨਹੀਂ ਸਕਦੇ ਤੇ ਪਾਬੰਦੀਆਂ ਦੇ ਅਨੁਸਾਰ ਚੱਲਦੇ ਨੇ, ਤੇ ਉਹ ਕਹਿੰਦੇ ਨੇ ਸਾਨੂੰ ਵਲੰਟੀਅਰ ਸੇਵਾ ਦੱਸੋ ਅਸੀਂ ਕੀ ਕਰਨੀ ਹੈ। ਇਹ ਵੱਖਰੀ ਗੱਲ ਹੈ ਕਿ ਉਹ ਸੰਸਥਾਵਾਂ ਵਾਲੇ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਲਈ ਭੋਜਨ ਲੰਗਰ
ਫ੍ਰੀ ਹੈ ਤੁਸੀਂ ਕਰੋ, ਪਰ ਉਹ ਆਪਣੇ ਆਪ ਨੂੰ ਸੇਵਾਵਾਂ ਨੂੰ ਸਮਰਪਿਤ ਕਰਦੇ ਨੇ। ਇਹ ਟੀਮਾਂ ਜਿਹੜੀਆਂ ਨੇ ਇਹ ਭਾਵਨਾਵਾਂ ਨੇ ਬੜੀਆਂ ਚੰਗੀਆਂ ਨੇ, ਪਰ ਸਾਡੀ ਅਫਸੋਸਨਾਕ ਸੋਚ ਇਹ ਹੈ ਕਿ ਅਸੀਂ ਕਿੰਤੂ ਪਰੰਤੂ ਤਾਂ ਬਹੁਤ ਕਰਦੇ ਹਾਂ, ਨੁਕਤਾਚੀਨੀ ਤਾਂ ਬਹੁਤ ਕਰਦੇ ਹਾਂ, ਪਰ ਉਹਨਾਂ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਨਹੀਂ ਕਰਦੇ। ਇਹ ਸਭ ਤੋਂ ਵੱਡਾ ਦੁਖਾਂਤ ਹੀ ਇਹੀ ਆ, ਸਭ ਤੋਂ ਵੱਡਾ ਦੁਖਾਂਤ ਹੈ। ਹੁਣ ਜਿਵੇਂ ਆ ਜਸਵੀਰ ਦੀ ਅਸੀਂ ਗੱਲ ਕਰਦੇ ਹਾਂ, ਉਸਦੇ ਪਿਤਾ ਜੀ ਨੂੰ ਉਸ ਗੱਲ ਦਾ ਕ੍ਰੈਡਿਟ ਜਾਂਦਾ ਕਿ ਉਹ ਹੱਲਾਸ਼ੇਰੀ ਲਗਾਤਾਰ ਦੇ ਰਹੇ ਜੀ। ਉਸ ਦੀ ਅਪੰਗਤਾ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਉਸ ਵਿੱਚੋਂ ਵੀ ਉਸਨੇ ਕੁਝ ਚੰਗਾ ਕਰਕੇ ਵਿਖਾਉਣ ਦਾ ਇੱਕ ਮੌਕਾ ਦਿੱਤਾ ਔਰ ਉਹਨੇ ਕਰਕੇ ਵਿਖਾਇਆ ਜੀ। ਉਹ ਇੱਕ ਚੰਗਾ ਕਵੀ ਵੀ ਹੋ ਨਿਬੜਿਆ, ਸਮਾਜ ਸੇਵੀ ਵੀ ਹੋ ਨਿਬੜਿਆ, ਵਧੀਆ ਖਿਡਾਰੀ ਵੀ ਸਾਬਤ ਹੋਇਆ ਕਈ ਪੱਖਾਂ ਤੋਂ। ਜੀ। ਸੋ ਇਹ ਤਾਂ ਹੀ ਹੋਊਗਾ ਜੇ ਅਸੀਂ ਉਹ ਬੱਚਿਆਂ ਨੂੰ ਉਨੀ ਕੁ ਆਜ਼ਾਦੀ ਦੇਵਾਂਗੇ, ਜੇ ਅਸੀਂ ਆਪਣੇ ਕੋਡ ਉਹਨਾਂ ਤੇ ਠੋਸਣੇ, ਆਪਣੀਆਂ ਕਦਰਾਂ ਕੀਮਤਾਂ, ਤਾਂ ਫਿਰ ਬੱਚਿਆਂ ਦੀ ਜਿਹੜੀ ਆਜ਼ਾਦ ਸੋਚ ਕਦੇ ਵੀ ਨਹੀਂ ਪੁੰਗਰ ਸਕਦੀ। ਤੁਸੀਂ ਸੋਚੋ, ਸਾਰੀ ਗੱਲ ਛੱਡੋ, ਗੁਰੂ ਨਾਨਕ ਦੇਵ ਜੀ ਦਾ ਮਿਸਾਲ ਸਾਡੇ ਕੋਲ ਆ। ਜਦੋਂ ਉਹ ਸਾਰਾ ਟੱਬਰ ਮਗਰ ਪਿਆ ਸੀ ਕਿ ਜਨੇਊ ਧਾਰਨ ਕਰ ਲਓ, ਨਹੀਂ ਕੀਤਾ ਉਹਨਾਂ ਨੇ। ਕਿੰਨੀ ਕੁ ਉਮਰ ਸੀ ਗੁਰੂ ਨਾਨਕ ਸਾਹਿਬ ਦੀ? ਮਤਲਬ ਕਹਿਣ ਦਾ ਕਿਸੇ ਵੇਲੇ ਜੇ ਬੱਚਾ ਕੋਈ ਆਜ਼ਾਦਾਨਾ ਸੋਚ ਰੱਖਦਾ, ਅੱਜ ਉਹ ਕਿੱਥੇ ਦਾ ਕਿੱਥੇ ਬਾਬੇ ਨਾਨਕ ਦਾ ਨਾਂ ਪਹੁੰਚ ਗਿਆ। ਸੋ ਸਾਨੂੰ ਉਹ ਥੋੜ੍ਹਾ ਜਿਹਾ ਵਿਸ਼ਾਲਤਾ ਰੱਖਣੀ ਪੈਣੀ ਨਿਆਣਿਆਂ ਦੇ ਮਾਮਲੇ 'ਚ। ਅਸੀਂ ਸਦਾ ਹੀ ਠੀਕ ਨਹੀਂ ਹੋ ਸਕਦੇ। ਕਈ ਵਾਰੀ ਸਾਨੂੰ ਨਿੱਕੇ ਨਿੱਕੇ ਨਿਆਣੇ ਵੀ ਸ਼ੀਸ਼ਾ ਵਿਖਾ ਦਿੰਦੇ। ਬਿਲਕੁਲ ਜੀ, ਔਰ ਇਹ ਹਕੀਕਤ ਹੈ। ਸੋ ਜਿਹੜੇ ਬੰਦੇ ਇੱਥੇ ਉਲਾਰ ਹੋ ਕੇ ਬਾਹਰੋਂ ਆਏ ਬੱਚਿਆਂ ਬਾਰੇ ਊਟ-ਪਟਾਂਗ ਗੱਲਾਂ ਕਰ ਰਹੇ, ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਕਿ ਬਾਬਾ ਨਾਨਕ ਵੀ ਬੱਚਾ ਸੀ ਜਦੋਂ ਉਸਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਵੀ ਨਿਆਣੇ ਸੀ ਜਦੋਂ ਉਹਨਾਂ ਨੇ ਗੁਰਿਆਈ ਸਾਂਭੀ ਆ। ਸਾਡੇ ਕੋਲ ਇਹੋ ਜਿਹੀ ਮਿਸਾਲਾਂ ਨੇ। ਗ੍ਰੈਟਾ ਟੂਨਬਰਗ ਦੀ ਅਸੀਂ ਗੱਲ ਕਰ ਲਈਏ, ਸਵੀਡਨ ਦੀ ਬੱਚੀ ਜਿਹੜੀ ਕਿਸ਼ਤੀ ਲੈ ਕੇ ਨਿਊਯਾਰਕ ਤੱਕ ਗਈ, ਹਾਂਜੀ, ਔਰ ਉਹ ਅੱਜ ਕਲਾਈਮੇਟ ਕ੍ਰਾਈਸਿਸ ਦੇ ਉੱਤੇ ਇੱਕ ਵਧੀਆ ਬੁਲਾਰੀ ਹੈ, ਬਿਲਕੁਲ, ਹੈ ਨਾ। 17 ਸਾਲ ਦੀ ਕੁੜੀ। ਜੀ ਜੀ। ਇਸ ਤੋਂ ਪਹਿਲਾਂ 12 ਸਾਲਾਂ ਦੀ ਯੁਗ ਰਤਨਾ ਸ਼੍ਰੀਵਾਸਤਵ ਭਾਰਤ ਦੀ ਸੀ, ਜਿਹੜੀ ਯੂਐਨ 'ਚ ਪਹਿਲੀ ਵਾਰ ਬੋਲੀ ਜਾ ਕੇ, ਸਿਰਫ 12 ਸਾਲ ਦੀ, ਇਸੇ ਕਲਾਈਮੇਟ ਚੇਂਜ ਦੇ ਮੁੱਦੇ ਦੇ ਉੱਤੇ। ਸਾਡੇ ਕੋਲ ਮਿਸਾਲਾਂ ਹੋਰ ਵੀ ਨੇ। ਜੇ ਅਸੀਂ ਮਲਾਲਾ ਯੂਸਫਜ਼ਈ ਦੀ ਗੱਲ ਕਰੀਏ, ਜਿਸਨੇ ਆਪਣਾ ਹੁਣੇ ਹੀ 23ਵਾਂ ਜਨਮ ਦਿਨ ਮਨਾਇਆ ਜੀ, ਉਹ ਇਸ ਗੱਲ 'ਤੇ ਜ਼ੋਰ ਦੇ ਰਹੀ ਸੀ ਕਿ ਬੱਚਿਆਂ ਨੂੰ ਪੜ੍ਹਨ ਦਾ ਅਧਿਕਾਰ ਹੋਵੇ। ਉਸ 'ਤੇ ਤਾਲਿਬਾਨ ਨੇ ਹਮਲਾ ਕੀਤਾ। ਉਹ ਵੀ ਸਾਡੇ ਕੋਲ ਮਿਸਾਲ ਆ। ਤੁਸੀਂ ਇਹਨਾਂ ਬੱਚਿਆਂ ਦੀ ਗੱਲ ਕਰਦੇ ਹੋ, ਇਹਨਾਂ ਵਿੱਚ ਸਿੱਖ ਨੌਜਵਾਨ ਵੀ ਨੇ ਜਿਨ੍ਹਾਂ ਨੇ ਸੀਏ ਦੇ ਮਸਲੇ ਨੂੰ ਲੈ ਕੇ ਲੰਗਰ ਵੀ ਲਾਇਆ, ਜਾਂ ਅੱਜ ਗ੍ਰਿਫਤਾਰੀਆਂ ਦੇਣ ਦੀ ਗੱਲ ਆਈ, ਉਹ ਵੀ ਮੂਰੇ ਨੇ। ਸੋ ਸਾਡੇ ਕੋਲ ਮਿਸਾਲਾਂ ਬਹੁਤ ਨੇ। ਇੱਕ ਮਿਸਾਲ ਹੋਰ ਵੀ ਹੈ, ਵਿਕੋਨੋ ਸਾਚੂ ਨਾਂ ਦੀ ਇੱਕ ਨਾਗਾਲੈਂਡ ਦੀ ਕੁੜੀ, ਅੱਛਾ, 18 ਸਾਲਾਂ ਦੀ। ਪਿਛਲੇ ਸਾਲ ਕੀ ਹੋਇਆ ਕਿ ਇੱਕ ਸੁੰਦਰਤਾ ਮੁਕਾਬਲਾ ਹੋਇਆ। ਉਸ ਨੂੰ ਸਵਾਲ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇ ਤੂੰ ਮਿਲਦੀ ਹੈ ਤਾਂ ਕੀ ਸਵਾਲ ਕਰੇਂਗੀ। ਉਸ ਦਾ ਕਹਿਣਾ ਸੀ, ਮੈਂ ਇੱਕੋ ਗੱਲ ਕਹੂੰਗੀ ਕਿ ਗਾਈਆਂ ਜਿਹੜੀਆਂ ਨੇ ਸਾਰੇ ਮੁਲਕ 'ਚ ਬਹੁਤ ਸੁਰੱਖਿਅਤ ਨੇ, ਇਸ ਪਾਸੇ ਧਿਆਨ ਘੱਟ ਦਿਓ ਤੇ ਔਰਤਾਂ ਦੀ ਬਿਹਤਰੀ ਵੱਲ ਧਿਆਨ ਦਿਓ। ਬਹੁਤ 18 ਸਾਲ ਦੀ ਲੜਕੀ ਨੇ ਜੁਰਤ ਨਾਲ ਇਹ ਗੱਲ ਕਹੀ ਹੈ। ਸੋ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੇ 'ਚ ਜੁਰਤ ਜ਼ਿਆਦਾ, ਅਸੀਂ ਜ਼ਿਆਦਾ ਸੂਝਵਾਨ ਜਾਂ ਸਮਝਦਾਰ ਹਾਂ। ਕਈ ਵਾਰੀ ਸਾਡੇ ਤੋਂ ਬਹੁਤ ਛੋਟੀ ਉਮਰ ਦੇ ਲੋਕ ਵੀ ਸਾਨੂੰ ਵਧੀਆ ਸੇਧ ਦੇ ਸਕਦੇ। ਬਿਲਕੁਲ ਜੀ। ਸੋ ਇਹ ਵਿਸ਼ਾਲਤਾ ਸਾਨੂੰ ਲਿਆਉਣੀ ਪਏਗੀ। ਔਰ ਜੋ ਇੰਟਰਨੈਸ਼ਨਲ ਸਟੂਡੈਂਟਸ ਨਾਲ ਅੱਜ ਹੋ ਰਿਹਾ ਇੱਥੇ, ਜਿਸ ਕਿਸਮ ਦੀ ਘਟੀਆ ਤੋਂ ਘਟੀਆ ਸ਼ਬਦਾਵਲੀ ਉਹਨਾਂ ਬਾਰੇ ਵਰਤੀ ਜਾ ਰਹੀ ਹੈ, ਉਹਨਾਂ ਨੂੰ ਘਟਾ ਕੇ ਵੇਖਿਆ ਜਾ ਰਿਹਾ, ਮੈਂ ਸਮਝਦਾ ਇਹ ਉਸੀ ਸੌੜੀ ਸੋਚ ਦਾ ਇੱਕ ਨਮੂਨਾ ਹੀ ਹੈ। ਜਿੱਥੋਂ ਤੱਕ ਅੱਜ ਜੇ ਦੇਖੀਏ ਕਿ ਗਲੋਬਲ ਵਿਲੇਜ ਨੂੰ ਅਸੀਂ ਅਪਣਾ ਰਹੇ ਹਾਂ, ਦੁਨੀਆ ਭਰ ਦੇ ਵਿੱਚ ਇੱਕ ਦੂਜੇ ਨੂੰ ਮਿਲ ਰਹੇ ਹਾਂ, ਆ ਜਾ ਰਹੇ ਹਾਂ, ਇਸ ਵੇਲੇ ਤੁਹਾਡੀ ਜਿਹੜੀ ਪ੍ਰਤਿਭਾ ਹੈ ਉਸ ਨੂੰ ਪ੍ਰਫੁੱਲਤ ਹੋਣ ਦੇ ਬਹੁਤ ਮੌਕੇ ਮਿਲ ਸਕਦੇ ਨੇ। ਜੇਕਰ ਤੁਹਾਡੀਆਂ ਉਹ ਕਦਰਾਂ ਕੀਮਤਾਂ, ਤੁਹਾਡੇ ਵਿਰਾਸਤ ਤੁਹਾਡੇ ਕੋਲ ਹੈ, ਤਾਂ ਤੁਸੀਂ ਆਕਾਸ਼ ਤੱਕ ਪਹੁੰਚ ਸਕਦੇ ਹੋ, ਜਿੰਨੀਆਂ ਮਰਜ਼ੀ ਉਡਾਨਾਂ ਲਾ ਸਕਦੇ ਹੋ ਨਾ। ਅਹਿਲੇ ਹਿੰਮਤ ਕੇ लिए दूर नहीं है मंजिल, कोई उठे तो सही मंजिल का इरादा लेकर। ਆਪਣੇ ਇਰਾਦੇ ਮਜ਼ਬੂਤ ਕਰੀਏ। ਪਰ ਇੱਥੇ ਇੱਕ ਸਵਾਲ ਜ਼ਰੂਰ ਹੈ ਕਿ ਮਨੋਵਿਗਿਆਨਕ ਪੱਖ ਇਹ ਕਹਿੰਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਸਰੀਰਕ ਤੌਰ 'ਤੇ ਕਮਜ਼ੋਰ, ਲਾਚਾਰ ਜਾਂ ਬੇਬਸ ਵਿਅਕਤੀ ਨੂੰ ਉਸ ਸਰੀਰਕ ਬਣਤਰ ਦੇ ਅਨੁਸਾਰ ਛੁਟਿਆਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਸ ਦੇ ਅੰਦਰ ਇੱਕ ਉਹਦੇ ਸੀਨੇ 'ਤੇ ਬਹੁਤ ਵੱਡੀ ਚੋਟ ਵੱਜਦੀ ਹੈ। ਅਸੀਂ ਇੱਕੋ ਹੀ ਸਬਕ ਅੱਜ ਸਿੱਖ ਲਈਏ, ਜਿਵੇਂ ਅਸੀਂ ਪਿੰਡਾਂ 'ਚ ਜਾਂ ਸਧਾਰਨ ਪੱਧਰ 'ਤੇ ਵਿਚਰਦੇ ਹੋਏ ਕਈ ਵਾਰ ਕਿਸੇ ਦੀ ਅੱਲ ਪਾ ਲੈਂਦੇ ਹਾਂ, ਕਿਸੇ ਦਾ ਨਾਂ ਹੀ ਧਰ ਲੈਂਦੇ ਹਾਂ, ਐਸੇ ਨਾਂ ਧਰ ਲੈਂਦੇ ਹਾਂ ਜਿਹੜੇ ਧਰਨਯੋਗ ਨਹੀਂ ਹੁੰਦੇ। ਕੋਈ ਲੰਗ ਮਾਰ ਕੇ ਤੁਰਦਾ ਤਾਂ ਉਹਦੇ ਲਈ ਲਫ਼ਜ਼ ਲੰਗੜਾ ਆਮ, ਜੇਕਰ ਕੋਈ ਨੈਣੋਂ ਨਹੀਂ ਦਿੰਦਾ ਉਹਦੇ ਲਈ ਅੰਨਾ ਸ਼ਬਦ ਆਮ ਵਰਤਿਆ ਜਾਂਦਾ। ਜੇਕਰ ਕੋਈ ਸੁਣ ਨਹੀਂ ਸਕਦਾ ਉਹਦੇ ਲਈ ਦੇਖ ਨਹੀਂ ਸਕਦਾ। ਇਹ ਸਾਰਾ ਅਸੀਂ ਜੇ ਆਪਣੇ ਸਿੰਘ ਬੋਲੇ ਦੇਖਦੇ ਹਾਂ ਨਾ, ਤੁਸੀਂ ਹੈਰਾਨ ਹੋਵੋਗੇ ਕਿ ਅੱਖੋਂ ਨਹੀਂ ਦਿੰਦਾ ਤਾਂ ਉਹਨੂੰ ਕਹਿੰਦੇ ਲੱਖ ਨੇਤਰਾ, ਲੱਖ ਨੇਤਰਾ। ਕੰਨੋਂ ਨਹੀਂ ਸੁਣਦਾ ਤਾਂ ਉਹਨੂੰ ਕਹਿੰਦੇ ਫੇਰ ਉਹ ਚੁਆਰੇ ਚੜਿਆ। ਜੇ ਅਸੀਂ ਈਵਨ ਜੇ ਦੇਖ ਨਹੀਂ ਸਕਦਾ, ਬੋਲ ਨਹੀਂ ਸਕਦਾ, ਜਿਹਦੀ ਜ਼ੁਬਾਨ ਨਹੀਂ ਕੰਮ, ਤੁਸੀਂ ਜੇ ਕਿਤੇ ਸਾਰੇ ਸ਼ਬਦ ਪੜ੍ਹੋ, ਮੈਂ ਉਹਨਾਂ ਨੂੰ ਪੜ੍ਹ ਰਿਹਾ ਸੀ, ਮੈਨੂੰ ਲੱਗਦਾ ਸੀ ਕਿਤੇ ਨੈਗੇਟਿਵਿਟੀ ਹੈ ਹੀ ਨਹੀਂ, ਚੜ੍ਹਦੀ ਕਲਾਈ। ਤਾਂ ਕਿ ਬੰਦਾ ਜੇ ਕੋਈ ਡਿੱਗਿਆ ਢੱਠਿਆ ਉਹਨੂੰ ਵੀ ਕਹਿ ਦੇਣਾ ਬਹੁਤ ਵੱਡੀ ਚੀਜ਼ ਆ, ਤੂੰ ਉੱਠ। ਇੱਕ ਨੂੰ 1.25 ਲੱਖ ਕਹਿ ਦੇਣਾ। ਦੇਖੋ ਕੌਨਸੈਪਟ ਹੈ ਸਾਡੇ ਵਿਰਸੇ 'ਚ ਤਾਂ ਉਹ ਗੱਲਾਂ, ਪਰ ਸਾਡੇ ਮੂੰਹੋਂ ਇਹੋ ਜਿਹੇ ਲਫ਼ਜ਼ ਜਦੋਂ ਨਿਕਲਦੇ ਆ ਤਾਂ ਬੜੇ ਸ਼ਰਮਨਾਕ ਨੇ। ਕਥਨੀ ਕਰਨੀ 'ਚ ਅੰਤਰ ਆ ਜੀ, ਇਸੇ ਕਰਕੇ ਇਹ ਗੱਲਾਂ ਹੋ ਰਹੀਆਂ।
ਜੇ ਕਥਨੀ ਕਰਨੀ ਇੱਕੋ ਜੀ ਹੋਵੇ ਤੇ ਸਾਨੂੰ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲਣਗੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਈ ਕਾਣਾ ਕਹਿੰਦੇ ਆ ਜੀ, ਪਰ ਉਹਨੇ ਆਪਣੀ ਕਹਾਣੀ ਅੱਖ ਦੇ ਜ਼ਰੀਏ ਕਹਾਣੀ ਵੰਡ ਨਾ ਹੋਣ ਦਿੱਤੀ। ਉਸਨੇ ਸਾਰੇ ਰਾਜ ਪ੍ਰਬੰਧ ਵਿੱਚ ਜਨਤਾ ਨੂੰ, ਪ੍ਰਜਾ ਨੂੰ ਇੱਕੋ ਤਰੀਕੇ ਨਾਲ ਵੇਖਿਆ। ਸੂਰਜ ਦੀ ਅੱਖ ਹੋ ਨਿਬੜਿਆ ਉਹ। ਹਾਲਾਂਕਿ ਸੂਰਜ ਦੀ ਅੱਖ ਇੱਕ ਵੱਖਰੇ ਪ੍ਰਸੰਗ ਜੇ ਆਪਾਂ ਗੱਲ ਕਰੀਏ, ਉਹ ਵੱਖਰਾ ਚਰਚਾ ਦਾ ਬਿਲਕੁਲ ਜੀ। ਉਹ ਐਕਚੁਅਲੀ ਤੇਰੀ ਇੱਕੋ ਅੱਖ ਸੁਲੱਖਣੀ ਪਈ ਡਲਕਾ ਮਾਰੇ, ਕਿਸੇ ਕਵੀ ਨੇ ਮਤਲਬ ਕਮਾਲ ਕਰਤੀ। ਪਰ ਇਹ ਗੱਲ ਵੱਖਰੀ ਹੈ ਕਿ ਉਹ ਜਿਹੜਾ ਸੂਰਜ ਦੀ ਅੱਖ ਵਾਲਾ ਲਿਖਾਰੀ ਹੈ, ਉਹ ਉਸ ਦੀਆਂ ਆਪਣੀਆਂ ਅੱਖਾਂ ਹੀ ਬੰਦ ਰਹੀਆਂ ਕਿ ਉਹਨੇ ਉਸ ਅੱਖ ਨੂੰ ਵੀ ਨਾ ਸਮਝਿਆ। ਤੇ ਉਹਦੀ ਜਿਹੜੀ ਅਸਲ 'ਚ ਮਹਾਰਾਜਾ ਰਣਜੀਤ ਸਿੰਘ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਵੀ ਸਾਡੇ ਕੋਲ ਮਿਸਾਲ ਹੈ, ਇਹੋ ਜਿਹੀ ਮਿਸਾਲ ਮਿਲਣੀ ਅਸੰਭਵ ਹੈ ਕਿ ਜਦੋਂ ਇੱਕ ਉੱਠ ਰਹੇ ਪਰਿਵਾਰ ਦੇ ਵਿੱਚੋਂ ਜਿਹਦਾ ਪਿਓ ਵੀ ਬਹੁਤ ਜਲਦੀ ਖਤਮ ਹੋ ਜਾਏ, ਉਹਦੇ ਮੋਢਿਆਂ 'ਤੇ ਆ ਕੇ ਐਡਾ ਵੱਡਾ ਬਲ ਪੈ ਜਾਏ, ਜ਼ਿੰਮੇਵਾਰੀਆਂ ਪੈ ਜਾਣ, ਤਾਂ ਉਹ ਸਮੇਂ ਦੇ ਹਕੂਮਤ ਦੇ ਆਗੂ ਨੂੰ ਚੁਣੌਤੀ ਦੇ ਰਿਹਾ ਕਿ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਲਲਕਾਰ ਰਿਹਾ ਹੈ, ਅਬਦਾਲੀ ਦੇ ਪੋਤਰੇ ਤੂੰ ਥੱਲੇ ਆ। ਐਸੀ ਗੱਲ ਜਿਹੜੀ ਕਹਿ ਦੇਣੀ। ਪਰ ਇਹ ਇਤਿਹਾਸਕਾਰ ਪਤਾ ਨਹੀਂ ਕਿੱਥੋਂ ਸਿੱਖ ਕੇ ਆਇਆ, ਉਹਨੇ ਇਹ ਲਿਖਤਾ ਕਿ ਇਹ ਤਾਂ ਜੰਗਲਾਂ 'ਚ ਜਾ, ਪਹਾੜਾਂ 'ਚ ਜਾ ਲੁਕੇ। ਬਹੁਤ ਵੱਡੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਸੀ। ਅੱਖ ਨਾ ਹੋਣਾ ਕੋਈ ਅਰਥ ਨਹੀਂ ਸੀ, ਚੇਚਕ ਦੇ ਦਾਗ ਹੋਣਾ ਚਿਹਰੇ ਤੇ ਕੋਈ ਅਰਥ ਨਹੀਂ, ਪਰ ਉਹਦੀ ਸ਼ਖਸੀਅਤ ਕਿੱਡੀ ਵੱਡੀ ਹੈ। ਹੁਣ ਮੈਂ ਇੱਕ ਸੋਚਦਾ ਵੀ ਖੂਬਸੂਰਤ ਚਿਹਰਾ ਹੋਵੇ, ਨੈਣ ਚਮਕਦੇ ਹੋਣ, ਤੇ ਐਨ ਰੰਗ ਰੂੰਗ ਬਹੁਤ ਸੋਹਣਾ ਹੋਵੇ, ਕੱਦ ਕਾਠ ਬਹੁਤ ਸੋਹਣਾ ਹੈ, ਪਰ ਪੱਲੇ ਕੁਝ ਨਹੀਂ, ਕਿਸੇ ਦਾ ਦਰਦ ਮਹਿਸੂਸ ਨਹੀਂ ਹੁੰਦਾ, ਕਿਸੇ ਨੂੰ ਦੇਖ ਕੇ ਅੱਖ ਨਹੀਂ ਭਰਦੀ, ਕਿਸੇ ਦੇ ਲਈ ਹਾਂ ਦਾ ਨਾਰਾ ਨਹੀਂ ਮਾਰ ਸਕਦੇ, ਤਾਂ ਖਾ ਕੇ ਉਹ ਤਾਂ ਧਰਤੀ ਤੇ ਭਾਰ ਨੇ। ਹੁਣ ਨਰਿੰਦਰ ਮੋਦੀ ਦੀ 56 ਇੰਚ ਦੀ ਛਾਤੀ ਦੀ ਬੜੀ ਚਰਚਾ ਹੁੰਦੀ ਹੈ ਜੀ। 56 ਇੰਚ ਦੀ ਛਾਤੀ ਤੋਂ ਕਰਾਉਣਾ ਕੀ ਹੈ? ਜੇ ਦਿਲ 'ਚ ਜਜ਼ਬਾ ਘੱਟ ਗਿਣਤੀ ਨੂੰ ਕੁਚਲਣ ਦਾ ਹੋਵੇ। ਰਾਜੀਵ ਗਾਂਧੀ ਦੀ ਖੂਬਸੂਰਤੀ ਤੇ ਬੜੇ ਕਾਇਲ ਸੀਗੇ। ਉਸ ਖੂਬਸੂਰਤੀ ਤੋਂ ਕੀ ਕਰਾਉਣਾ ਜਿਸ ਦੇ ਵਿਅਕਤੀ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਣ। ਸਾਡੇ ਕੋਲ ਉਹ ਮਿਸਾਲਾਂ ਵੀ ਨੇ ਜਿਹੜੇ ਚਾਹੇ ਦੇਖਣ ਨੂੰ ਸੋਹਣੇ ਲੱਗਦੇ ਹੋਣਗੇ ਕਈਆਂ ਨੂੰ, ਤੇ ਕਈਆਂ ਨੂੰ ਲੱਗਦਾ ਹੋਊਗਾ ਵੀ ਮੋਦੀ ਸਾਹਿਬ ਦੀ ਛਾਤੀ 56 ਇੰਚ ਦੀ ਕਿਆ ਬਾਤ ਹੈ। ਪਤਾ ਨਹੀਂ 56 ਇੰਚ ਦੀ ਛਾਤੀ ਹੈ ਜਾਂ ਨਹੀਂ ਹੈ, ਇਹ ਤਾਂ ਅਸੀਂ ਮਿਲ ਕੇ ਵੇਖਿਆ ਨਹੀਂਗਾ। ਪਰ ਜਿਨ੍ਹਾਂ ਲੋਕਾਂ ਨੂੰ ਇਹ ਗੱਲਾਂ ਸੋਭਦੀਆਂ ਜਾਂ ਪਸੰਦ ਆਉਂਦੀਆਂ, ਉਹਨਾਂ ਲਈ ਸਵਾਲ ਇਹ ਕਿ ਤੁਸੀਂ ਇਹ ਵੇਖੋਗੇ ਜੇ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਅੱਖ ਕੰਮ ਨਹੀਂ ਸੀ ਵੀ ਕਰਦੀ ਜਾਂ ਚੇਚਕ ਦੇ ਦਾਗ ਮੂੰਹ ਤੇ ਸੀਗੇ, ਪਰ ਉਹਦਾ ਰਾਜ ਪ੍ਰਬੰਧ ਕਿਹੋ ਜਿਹਾ ਸੀ, ਕਿੰਨਾ ਕੁ ਇਨਸਾਫ ਪਸੰਦ ਸੀ। ਸੋ ਸਾਡੇ ਕੋਲ ਇਹ ਮਿਸਾਲਾਂ ਨੇ ਕਿ ਹੁਣ ਯਸ਼ਵੀਰ ਗੋਇਲ ਨੂੰ ਟੀਚਰਾਂ ਕਰਨ ਵਾਲੇ ਪਤਾ ਨਹੀਂ ਵਿਦਿਆਰਥੀ ਕਿੱਥੇ ਹੋਣੇ ਇਸ ਟਾਈਮ, ਕੀ ਕਰਦੇ ਹੋਣੇ, ਕੀ ਪਤਾ ਉਹਨਾਂ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਹੋਊਗਾ। ਜਿੰਨੀ ਪਛਾਣ ਇਸ ਮੁੰਡੇ ਨੇ ਆਪਣੀ ਬਣਾ ਲਈ, ਉਸ ਨੂੰ ਟੀਚਰਾਂ ਕਰਨ ਵਾਲਿਆਂ ਨੂੰ ਕੋਈ ਪੁੱਛਦਾ ਵੀ ਨਹੀਂ ਹੋਣਾ ਅੱਜ। ਉਲਟਾ ਉਹ ਅਸੀਂ ਭੀੜ 'ਚ ਗੁਆਚੇ ਹੋਏ ਆ, ਜਿਹੜੀ ਭੀੜ ਇਸ ਟਾਈਮ ਖਾਮੋਸ਼ ਹੋ ਕੇ ਬੈਠੀ ਹੈ ਕਿ ਸਾਈਂ ਬਾਬਾ 'ਤੇ ਜ਼ੁਲਮ ਹੋ ਰਿਹਾ, ਹੋਣ ਦਿਓ। ਕੋਵਿਡ-19 ਦੇ ਸੰਕਟ ਕਾਰਨ ਦਿਹਾੜੀਆਂ ਦਾ ਨੁਕਸਾਨ ਹੋ ਰਿਹਾ, ਹੋਣ ਦਿਓ। ਸਾਨੂੰ ਤਾਂ ਆਪਣੇ ਬੱਬਰ ਭਰਨ ਨਾਲ ਮਤਲਬ ਬਸ। ਸੋ ਉਹਨਾਂ ਨਾਲੋਂ ਤਾਂ ਯਸ਼ਵੀਰ ਗੋਇਲ ਤਾਂ 100 ਗੁਣੇ ਚੰਗਾ। ਅਪੰਗਤਾ ਦੇ ਬਾਵਜੂਦ ਵੀ ਉਸਨੇ ਸ਼ੀਸ਼ਾ ਵਿਖਾਤਾ ਸਮਾਜ ਨੂੰ ਕਿ ਤੁਸੀਂ ਕੀ ਹੋ ਤੇ ਮੈਂ ਕੀ ਹਾਂ। ਬਿਲਕੁਲ ਸਹੀ। ਸੋ ਇਹ ਉਮੀਦ ਕਰਦੇ ਹਾਂ ਕਿ ਸ਼ਾਇਦ ਇਹਨਾਂ ਗੱਲਾਂ ਦੇ ਨਾਲ ਲੋਕੀ ਸਿੱਖਣ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਸਾਡੇ ਕੋਲ ਇੰਨੀਆਂ ਇਤਿਹਾਸਿਕ ਮਿਸਾਲਾਂ ਹੋਣ ਦੇ ਬਾਵਜੂਦ ਜੇ ਗੁਰੂਆਂ ਨੇ ਵੀ ਕੋੜੀਆਂ ਨੂੰ ਗੱਲ ਆਇਆ, ਹਾਂਜੀ, ਅੱਜ ਤੱਕ ਅਸੀਂ ਉਸ ਘਿਰਨਿਤ ਸੋਚ ਚੋਂ ਬਾਹਰ ਨਹੀਂ ਨਿਕਲ ਸਕੇ। ਇਹ ਸਭ ਤੋਂ ਵੱਡੀ ਸ਼ਰਮ ਦੀ ਗੱਲ। ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਜੀ ਮਿਸਾਲ ਦਿੰਦਾ ਜਿਹਦੇ ਬਾਰੇ ਬਹੁਤ ਘੱਟ ਚਰਚਾ ਹੋਈ ਹੈ। ਆਉਂਦੇ ਦਿਨਾਂ 'ਚ ਅਸੀਂ ਭਗਤ ਪੂਰਨ ਸਿੰਘ ਜੀ ਦੀ ਗੱਲ ਕਰਾਂਗੇ। ਉਹ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਸੇਵਾ ਦਾ, ਵਿਰਸੇ ਦਾ ਭਾਵਨਾ ਕਿਸ ਤਰ੍ਹਾਂ ਉਜਾਗਰ ਹੋਈ, ਉਹ ਇੱਕ ਮਿਸਾਲ ਸੀ। ਛੋਟੀ ਜਿਹੀ ਉਮਰ ਤੋਂ ਹੀ ਕੁਛ ਇਸ ਤਰ੍ਹਾਂ ਦੀ ਮਨ ਨੂੰ ਚੋਟ ਲੱਗੀ ਕਿ ਮੈਂ ਮਨੁੱਖੀ ਦਰਦ ਨੂੰ ਮਹਿਸੂਸ ਕਰਨਾ। ਆਪਣੀ ਮਾਂ ਨੂੰ ਜਦੋਂ ਦੇਖਿਆ ਕਿੰਨੇ ਕਸ਼ਟ ਸਹਾਰ ਕੇ ਪਰਵਰਿਸ਼ ਕਰ ਰਹੀ ਹੈ, ਤਾਂ ਉਹਨਾਂ ਨੇ ਜਾ ਕੇ ਥਾਂ ਥਾਂ 'ਤੇ ਬਚਪਨ ਤੋਂ ਹੀ ਇੱਕ ਨੌਜਵਾਨ ਬੱਚਾ ਵੱਧ ਰਿਹਾ, ਫੁੱਲ ਰਿਹਾ, ਉਹਦੀਆਂ ਸੱਧਰਾਂ ਹੁੰਦੀਆਂ, ਉਹਦੀਆਂ ਚਾਹ ਹੁੰਦੇ ਨੇ, ਪਰ ਉਹ ਕਹਿੰਦੇ ਨਹੀਂ, ਮੈਂ ਤਾਂ ਮਨੁੱਖਤਾ ਦਾ ਦਰਦ ਮਹਿਸੂਸ ਕਰਨਾ। ਇੱਕ ਐਸੀ ਅੱਜ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਜਿਹੜੇ ਉਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਪੰਨਾ ਜਦੋਂ ਮੈਂ ਖੋਲ੍ਹਿਆ, ਉਹਨਾਂ ਦੀਆਂ ਜੀਵਨ ਘਟਨਾਵਾਂ, ਹੱਡ ਬੀਤੀਆਂ, ਉਹ ਪੰਨਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉਹਨਾਂ ਨੇ ਦੱਸਿਆ ਕਿ 1928 ਦਾ ਉਹ ਵਾਕਿਆ ਜਿਸ ਵੇਲੇ ਸਾਈਮਨ ਕਮਿਸ਼ਨ ਆ ਕੇ ਵਾਪਸ ਮੁੜਿਆ, ਤੇ ਹੋਇਆ ਕੀ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਲਾਹੌਰ ਦੇ ਵਿੱਚ ਆਪਣੇ ਘਰ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਹੈ, ਜਿੱਥੇ ਕਿ ਉਸ ਦੀ ਮੌਤ, ਇਹ ਵੀ ਇੱਕ ਵਿਸ਼ਾ ਲੰਮਾ ਕਿ ਉਹ ਜਿਹੜੀ ਕਿੱਥੇ ਉਹ ਸੱਟਾਂ ਵੱਜੀਆਂ ਸਨ, ਛਤਰੀ ਸੀ ਸਿਰ ਦੇ ਵਿੱਚ, ਨਹੀਂ ਹਾਰਟ ਅਟੈਕ ਨਾਲ ਮੌਤ ਹੋਈ ਬਹੁਤ ਦਿਨਾਂ ਦੇ ਬਾਅਦ। ਉਹਦੇ ਦੌਰਾਨ ਉਹਨਾਂ ਨੇ ਕਈ ਫੰਕਸ਼ਨ ਵੀ ਅਟੈਂਡ ਕੀਤੇ। ਇੱਕ ਲੰਮੀ ਹਿਸਟਰੀ ਸੀ, ਪਰ ਉਹ ਪ੍ਰਤੀਕ ਬਣ ਗਿਆ ਕਿ ਇੱਕ ਇਸ ਮੁਖੀ ਦੇ ਸੱਟ ਵੱਜੀ ਤੇ ਜਿਹਦੇ ਕਾਰਨ ਬਾਅਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਸਾਰਿਆਂ ਦੀ ਕਹਾਣੀ ਜੁੜੀ। ਲੇਕਿਨ ਸੱਚਾਈ ਦੇਖੋ, ਉਹ ਕਹਿੰਦੇ ਵੀ ਮੈਨੂੰ ਪਤਾ ਲੱਗਿਆ ਮੈਂ ਲਾਹੌਰ ਦੇ ਵਿੱਚ ਸੀ, ਤੇ ਮੇਰੇ ਛੋਟੇ ਹੁੰਦਿਆਂ ਮੈਂ ਖੱਦਰ ਹੀ ਪਾਉਂਦਾ ਸੀ। ਮੇਰੇ ਮਨ 'ਚ ਇਹ ਸੀ ਕਿ ਮੈਂ ਆਪਣਾ ਜਿਹੜਾ ਪਹਿਰਾਵਾ ਸਾਦਾ ਰੱਖਣਾ, ਤੇ ਸਿਰ 'ਤੇ ਮੈਂ
ਪਰਨਾ ਬੰਨਿਆ ਹੁੰਦਾ ਸੀ। ਕਹਿੰਦੇ ਮੈਂ ਚਲਿਆ ਗਿਆ, ਕੁਛ ਖਾਧਾ ਪੀਤਾ ਵੀ ਨਾ। ਉੱਥੇ ਜਾ ਕੇ ਜਦੋਂ ਪਤਾ ਲੱਗਿਆ ਕਿ ਇਹ ਲਾਲੇ ਦੀ ਜਿਹੜੀ ਰਥ ਯਾਤਰਾ, ਜਿਹੜੀ ਯਾਤਰਾ ਉਹਦੀ ਛਵੀ ਦੀ ਲੈ ਕੇ ਜਾਣੀ ਹੈ, ਤੇ ਸ਼ਵ ਯਾਤਰਾ ਨੂੰ ਨਾਲ ਬਹੁਤ ਸਾਰੇ ਲੋਕ ਆ ਗਏ। ਸ਼ਾਮ ਦਾ ਸਮਾਂ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀ ਦੇਹ ਨੂੰ ਰੱਖਿਆ ਗਿਆ, ਤੇ ਉੱਥੇ ਸੰਸਕਾਰ ਹੋਣ ਤੋਂ ਬਾਅਦ ਇਹ ਗੱਲ ਤੈਅ ਕਰਨੀ ਪੈ ਰਹੀ ਸੀ, ਕਿਉਂਕਿ ਉਸ ਵੇਲੇ ਹਿੰਦੂ ਮੁਸਲਿਮ ਜਿਹੜੀ ਕਵਾਇਤ ਚੱਲ ਰਹੀ ਸੀ ਆਪਸ ਵਿੱਚ ਕਾਫੀ ਜ਼ਿਆਦਾ ਜ਼ੋਰਾਂ 'ਤੇ ਸੀ, ਤੇ ਵਿਰੋਧ ਫਸਾਦ ਦਾ ਮਾਹੌਲ ਸੀ। ਕਿਉਂਕਿ ਲਾਲਾ ਲਾਜਪਤ ਰਾਏ ਖੁਦ ਹਿੰਦੂ ਸਭਾ ਦਾ ਮੁਖੀ ਸੀ, ਕਿਸੇ ਸਮੇਂ ਉਹ ਕਾਂਗਰਸ ਦੇ ਅਗਾਂਹ ਵਧੂਆਂ 'ਚ ਸੀ, ਪਰ ਬਾਅਦ ਦੇ ਵਿੱਚ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਇੱਧਰ ਕਰ ਲਿਆ ਸੀ। ਤੇ ਇਸ ਕਰਕੇ ਉਹਨਾਂ ਨੂੰ ਡਰ ਸੀ ਕਿ ਇਸ ਮੌਕੇ 'ਤੇ ਮੁਸਲਮਾਨ ਜਾਂ ਕੋਈ ਹੋਰ ਆ ਕੇ ਹਮਲਾ ਨਾ ਕਰ ਦੇਵੇ। ਇਹਦੀ ਜਿੱਥੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ, ਚਿਖਾ ਨੂੰ ਖਿਲਾਰ ਨਾ ਦੇਵੇ। ਈਵਨ ਰਸਤੇ 'ਚ ਕਹਿੰਦੇ ਜਦੋਂ ਤੁਰੇ ਆਉਂਦੇ ਸੀ ਅਸੀਂ, ਤਾਂ ਇੱਕ ਵਿਅਕਤੀ ਜਿਹੜਾ ਮੁਸਲਮਾਨ ਸੀ ਪਰ ਉਹ ਰਹਿੰਦਾ ਅੰਗਰੇਜ਼ਾਂ ਵਾਂਗ ਸੀ, ਤੇ ਜਿਹੜੀ ਉਹ ਭੀੜ ਸੀ ਲਾਲੇ ਦੀ ਸ਼ਵ ਦੇ ਨਾਲ ਜਾਂਦੀ, ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ, ਬੁਰੀ ਤਰ੍ਹਾਂ ਕੁੱਟਿਆ। ਕਹਿੰਦੇ ਮੇਰੇ ਅੱਖਾਂ ਤੱਕਣ ਦੀਆਂ ਗੱਲਾਂ, ਹੱਡ ਬੀਤੀ ਭਗਤ ਪੂਰਨ ਸਿੰਘ ਲਿਖ ਰਹੇ ਨੇ। ਕਿ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਲਾਲੇ ਦਾ ਭਤੀਜਾ ਉੱਥੇ, ਸਾਰੇ ਉੱਥੇ, ਮੈਂ ਇੱਕ ਨੌਜਵਾਨ, ਉਹਨਾਂ ਸਾਰਿਆਂ 'ਚ ਸਭ ਤੋਂ ਛੋਟੀ ਉਮਰ ਦਾ। ਕਹਿੰਦੇ ਰਾਤ ਨੂੰ ਇਹ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਦੇ ਕੋਲ ਕੌਣ ਰਹੇਗਾ? ਤੇ ਉਸ ਵੇਲੇ ਸਾਰਿਆਂ ਦੇ ਮੂੰਹ ਬੰਦ, ਤੇ ਕਹਿੰਦੇ ਮੈਂ ਆਖਿਆ ਮੈਂ ਰਾਤ ਨੂੰ ਇੱਥੇ ਪੈ ਜਾਊਂਗਾ। ਭਗਤ ਪੂਰਨ ਸਿੰਘ ਕਹਿੰਦੇ ਠੀਕ ਹੈ, ਰਾਤ ਨੂੰ ਤੂੰ ਪੈਣਾ ਤਾਂ ਇੱਥੇ ਜਿਹੜਾ ਹੈ ਆਪਣਾ ਆਰਾਮ ਕਰੀ, ਤੇ ਸਵੇਰੇ ਆ ਕੇ ਮਿਲਾਂਗੇ। ਕਹਿੰਦਾ ਸ਼ਾਮ ਦੇ ਸਮੇਂ ਮੈਂ ਭੁੱਖਾ ਪਿਆਸਾ, ਮੇਰੇ ਕੋਲੇ ਪਹਿਨਣ ਲਈ ਕੱਪੜਾ ਨਹੀਂ, ਸਰਦੀ ਬਹੁਤ ਜ਼ਿਆਦਾ ਸੀ, ਨਵੰਬਰ ਦਾ ਮਹੀਨਾ ਸੀ, ਨਵੰਬਰ ਦਸੰਬਰ ਦਾ, ਤੇ ਉਹਨਾਂ ਦਿਨਾਂ ਦੇ ਵਿੱਚ ਤੇ ਨਾ ਮੇਰੇ ਕੋਲੇ ਕੋਈ ਮੰਜਾ ਸੀ, ਨਾ ਕੋਈ ਖਾਣ ਨੂੰ ਸੀ। ਮੈਂ ਸਵੇਰ ਦਾ ਚੱਲਿਆ ਹੋਇਆ ਤੇ ਉੱਥੇ ਆ ਕੇ ਪੈ ਗਿਆ। ਤੇ ਮੇਰੇ ਕੋਲ ਰਾਤ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਦੋ ਮੈਂਬਰ ਫਿਰ ਗੇੜਾ ਮਾਰਨ ਆਏ, ਤੇ ਮੈਂ ਆਖਿਆ ਵੀ ਮੈਨੂੰ ਠੰਡ ਬਹੁਤ ਲੱਗਦੀ ਹੈ, ਬੁਰਾ ਹਾਲ ਹੈ। ਉਹ ਆਪਣੀ ਹੱਡਬੀਤੀ 'ਚ ਲਿਖਦੇ ਨੇ, ਤਾਂ ਕਹਿੰਦੇ ਵੀ ਇਉਂ ਕਰ, ਆ ਲਾਲੇ ਦੀ ਚਿਖਾ ਤੱਤੀ ਆ ਜੇ, ਵਿੱਚੇ ਛਾਲ ਮਾਰ ਦੇ। ਪਰਿਵਾਰ ਦੇ ਮੈਂਬਰ ਭਗਤ ਪੂਰਨ ਸਿੰਘ ਨੂੰ, ਉਹ ਕਹਿੰਦੇ ਵੀ ਮੈਂ ਇਸ ਗੱਲ ਤੇ ਬੜਾ ਹੈਰਾਨ ਹੋਇਆ ਵੀ ਕੀ ਲੋਕ ਕਰ ਰਹੇ ਨੇ। ਮੇਰੇ ਮਨ 'ਚ ਇਸ ਗੱਲ ਦਾ ਦਰਦ ਸੀ ਕਿ ਇਹ ਫਿਰ ਵੀ ਸਾਡੇ ਦੇਸ਼ ਦਾ ਇੱਕ ਨਾਮਵਰ ਹਸਤਾਖਰ ਹੈ, ਤੇ ਮੈਂ ਇਸ ਦੀ ਚਿਖਾ ਨੂੰ ਸੰਭਾਲਣਾ, ਇਸ ਦੀ ਦੇਖਭਾਲ ਕਰਨੀ ਆ। ਕਹਿੰਦੇ ਵੀ ਚਿਖਾ ਜਿੱਧਰਲੇ ਪਾਸੇ ਅੱਗ ਬੁਝੀ, ਮੈਂ ਉਧਰਲੇ ਪਾਸੇ ਨੂੰ ਨੇੜੇ ਹੋ ਕੇ ਪੈ ਗਿਆ ਉੱਥੇ, ਤਾਂ ਕਿ ਮੇਰੇ ਸਰੀਰ ਨੂੰ ਥੋੜਾ ਬਹੁਤਾ ਨਿੱਘ ਆਉਂਦਾ ਰਹੇ। ਰਾਤ ਭਰ ਮੈਂ ਉਸ ਚਿਖਾ ਦੀ ਰਾਖੀ ਕੀਤੀ। ਸਵੇਰੇ ਜਾ ਕੇ ਜਦੋਂ ਉਹ ਸਾਰੇ ਮੈਂਬਰ ਆਏ, ਵਾਪਸ ਆਏ, ਤਾਂ ਉਸ ਵੇਲੇ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਤੈਨੂੰ ਭੁੱਖ ਲੱਗੀ ਹੈ, ਤੈਨੂੰ ਖਾਣਾ ਚਾਹੀਦਾ ਸੀ, ਤੈਨੂੰ ਕੱਪੜਾ ਚਾਹੀਦਾ ਸੀ। ਕਹਿੰਦਾ ਕੋਈ ਕਿਸੇ ਨੇ ਬਾਤ ਨਹੀਂ ਪੁੱਛੀ, ਪਰ ਮੈਂ ਆਪਣੇ ਆਨੰਦ 'ਚ ਵਾਪਸ ਚਲਿਆ ਗਿਆ। ਪਰ ਮੇਰੇ ਮਨ 'ਚ ਤਸਵੀਰ ਇਹ ਬਣ ਗਈ ਕਿ ਜਿਸ ਬੰਦੇ ਦੇ ਬੜੇ ਵੱਡੇ ਗੋਗੇ ਗਾਉਂਦੇ ਆ, ਜਿਸ ਨੂੰ ਇਹ ਬੜਾ ਵੱਡਾ ਹੀਰੋ ਮੰਨਦੇ ਆ, ਉਹਦੀ ਚਿਖਾ ਦੇ ਕੋਲ ਸਾਂਭਣ ਲਈ ਤਾਂ ਇਹਦੇ ਕੋਈ ਨਹੀਂ, ਤੇ ਇੱਕ ਨੌਜਵਾਨ ਗਰੀਬ ਸਧਾਰਨ ਜੀਵਨ ਦਾ ਜਿਉਣ ਵਾਲਾ ਉਸ ਦੀ ਰਾਖੀ ਕਰ ਰਿਹਾ। ਦੇਖੋ ਪੂਰਨ ਸਿੰਘ ਉਹਨਾਂ ਦੀ ਕਹਾਣੀ ਜਿਹੜੀ ਆ ਉਹ ਕਈ ਪੱਖਾਂ ਤੋਂ ਵਿਚਾਰਨ ਵਾਲੀ ਆ। ਜਿਹੜੀ ਉਹਨਾਂ ਨਾਲ ਇੱਕ ਹੋਰ ਜ਼ਿਆਦਤੀ ਹੋਈ ਇਸੇ ਕਿਸਮ ਦੀ ਜੀ, ਜਿਸ ਦੇ ਕਰਕੇ ਉਹਨਾਂ ਨੇ ਹਿੰਦੂ ਧਰਮ ਨੂੰ ਛੱਡਿਆ ਔਰ ਬਾਅਦ ਸਿੱਖੀ ਨੂੰ ਅਪਣਾਇਆ। ਸੋ ਉਹ ਵੀ ਇੱਕ ਪਹਿਲੂ ਹੈ। ਬਿਲਕੁਲ, ਕਿ ਉਹ ਪਹਿਲਾਂ ਵੀ ਦੁਰਕਾਰਿਆ ਗਿਆ ਇੱਕ ਵਾਰੀ ਇਸੇ ਤਰੀਕੇ ਨਾਲ। ਬਿਲਕੁਲ, ਕਿ ਕੋਈ ਖਾਣ ਪੀਣ ਦਾ ਮਾਹੌਲ ਸੀ, ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਬੜੀ ਪੂਰਾ ਵਿਤਕਰਾ ਕੀਤਾ ਗਿਆ, ਬਹੁਤ ਮਤਲਬ ਬੇਰੁਖੇ ਢੰਗ ਨਾਲ ਜੀ। ਸੋ ਉਹ ਉਹਨਾਂ ਦੇ ਅਸਰ ਪਿਆ। ਪਰ ਇਹ ਕਹਾਣੀ ਗੱਲ ਕਲੀਅਰ ਕਰਦੀ ਕਿ ਭਗਤ ਪੂਰਨ ਸਿੰਘ ਦੇ ਵਿੱਚ ਬਚਪਨ ਤੋਂ ਹੀ ਕਿੰਨੀ ਸੋਝੀ ਸੀ ਜੀ, ਕਿੰਨਾ ਜਜ਼ਬਾ ਸੀ ਕਿ ਸੇਵਾ ਦਾ ਜੀ, ਕਿੰਨਾ ਜਜ਼ਬਾ ਸੀ ਦੇਸ਼ ਭਗਤੀ ਦਾ, ਦੂਜਿਆਂ ਲਈ ਖੜੇ ਹੋਣ ਦਾ। ਸੋ ਇਹ ਦੱਸਦਾ ਹੈ ਕਿ ਨਿਆਣੇ ਸਦਾ ਹੀ ਗਲਤ ਨਹੀਂ ਹੁੰਦੇ। ਜੇ ਮਾਪੇ ਇਸ ਫਤੂਰ 'ਚ ਬੈਠੇ ਕਿ ਅਸੀਂ ਸਹੀ ਹਾਂ ਆਲ ਦਾ ਟਾਈਮ, ਉਹ ਗਲਤ ਗੱਲ ਹੈ। ਠੀਕ ਹੈ, ਜਦੋਂ ਬੱਚੇ ਚੜ੍ਹਦੀ ਉਮਰ 'ਚ ਗਲਤੀਆਂ ਕਰਦੇ ਆ ਤੁਸੀਂ ਨਿਗਾਹ ਰੱਖੋ, ਪਰ ਜਿੱਥੇ ਉਹਨਾਂ ਦੀ ਕੋਈ ਇੱਕ ਆਜ਼ਾਦਾਨਾ ਸੋਚ ਪੈਦਾ ਹੋ ਰਹੀ ਹੈ, ਵਿਚਾਰ ਪੁੰਗਰ ਰਹੇ ਆ, ਜਾਂ ਕਲਪਨਾਵਾਂ ਉਹਨਾਂ ਦੀ ਉੱਡ ਰਹੀਆਂ, ਉਡਾਰੀ ਮਾਰ ਰਹੀਆਂ, ਤਾਂ ਉਹਨਾਂ ਨੂੰ ਉਡਾਰੀ ਮਾਰਨ ਦਿਓ। ਸ਼ਾਇਦ ਤੁਹਾਨੂੰ ਕੁਝ ਆਪ ਨੂੰ ਕੁਝ ਚੰਗਾ ਸਿੱਖਣ ਨੂੰ ਮਿਲ ਜਾਵੇ। ਸੋ ਇਹ ਬਹੁਤ ਲਾਜ਼ਮੀ ਹੈ। ਜਦੋਂ ਤੱਕ ਅਸੀਂ ਬੱਚਿਆਂ ਨੂੰ ਇੰਨੀ ਕੁ ਆਜ਼ਾਦੀ ਨਹੀਂ ਦੇਵਾਂਗੇ, ਉਹ ਫਿਰ ਅਸੀਂ ਬੱਚਿਆਂ ਨਾਲ ਤਾਂ ਨਾਇਨਸਾਫੀ ਕਰ ਹੀ ਰਹੇ ਹਾਂ। ਆਉਣ ਵਾਲੀ ਪਨੀਰੀ ਲਈ ਇੱਕ ਨਾਇਨਸਾਫੀ ਹੋ ਰਹੀ ਹੈ। ਦੋ ਚੀਜ਼ਾਂ, ਬਿਲਕੁਲ ਦੋ ਚੀਜ਼ਾਂ ਦੇਖੋ। ਇੱਕ ਤਾਂ ਇਹ ਹੈ ਕਿ ਜਿਵੇਂ ਆਪਾਂ ਕਹਿੰਦੇ ਹਾਂ ਸਰੀਰਕ ਤੌਰ ਤੇ ਇੱਕ ਅਪਾਹਜ, ਤੇ ਇੱਕ ਸਰੀਰਕ ਤੌਰ ਤੇ ਤੰਦਰੁਸਤ। ਇੱਥੇ ਜਦੋਂ ਅਸੀਂ ਮਿਸਾਲਾਂ ਅੱਜ ਸਾਂਝੀਆਂ ਕਰ ਰਹੇ ਹਾਂ, ਇੱਥੇ ਕਹਾਣੀ ਬਿਲਕੁਲ ਉਲਟ ਹੈ ਕਿ ਜਿਹੜੇ ਸਰੀਰਕ ਤੌਰ ਤੇ ਕਮਜ਼ੋਰ ਨੇ, ਆਤਮਿਕ ਬਲ ਕਿੰਨਾ ਹੋ ਸਕਦਾ ਹੈ, ਤੇ ਜਿਹੜੇ ਸਰੀਰਕ ਤੌਰ ਤੇ ਕਹਿੰਦੇ ਕਹਾਉਂਦੇ ਨੇ ਆਤਮਿਕ ਬਲ ਦੀ ਘਾਟ ਕਿੰਨੀ ਹੋ ਸਕਦੀ ਹੈ। ਇਹਦਾ ਮਤਲਬ ਇਹ ਹੈ ਕਿ ਇਹ ਕੰਪਲੈਕਸ ਮਨ ਦੇ ਵਿੱਚ, ਇਹ ਹੀਣ ਭਾਵਨਾ ਮਨ ਦੇ ਵਿੱਚ ਕਿਸੇ ਮਾਪੇ ਨੂੰ ਨਹੀਂ ਰੱਖਣੀ ਚਾਹੀਦੀ ਕਿ ਮੇਰੇ ਘਰੇ ਜਿਹੜਾ ਬੱਚਾ ਜੰਮਿਆ ਇਹਦੇ ਹੱਥ ਪੈਰ ਕੰਮ ਨਹੀਂ ਕਰ ਰਹੇ, ਇਹਨੂੰ ਦਿਖ ਨਹੀਂ ਰਿਹਾ, ਜਾਂ ਹੋਰ ਇਸ ਦੇ ਵਿੱਚ ਇਹ ਤਾਂ ਪਤਾ ਨਹੀਂ ਕੀ ਹੋਏਗਾ।
ਉਹਦੇ ਸਾਹਮਣੇ ਇਹ ਮਿਸਾਲ ਹੋਣੀ ਚਾਹੀਦੀ ਹੈ ਕਿ ਇਹ ਬੱਚਾ ਪਤਾ ਨਹੀਂ ਦੁਨੀਆ 'ਚ ਉਹ ਕੁਝ ਸਾਬਤ ਕਰ ਦੇਵੇ ਜਿਹੜਾ ਸ਼ਾਇਦ ਸਰੀਰਕ ਤੌਰ ਤੇ ਤੰਦਰੁਸਤ ਦਿਸਣ ਵਾਲਾ ਸਾਬਤ ਨਹੀਂ ਕਰ ਸਕਿਆ। ਚੰਦਰ ਪ੍ਰਕਾਸ਼ ਇਸੇ ਗੱਲ ਦਾ ਮਾਣ ਮਹਿਸੂਸ ਕਰਦੇ ਆ ਜੀ ਕਿ ਉਹ ਇਹ ਕਹਿੰਦੇ ਕਿਉਂਕਿ ਉਹ ਵਿਸ਼ਵਾਸੀ ਇਨਸਾਨ ਨੇ, ਧਰਮ ਚੋਲਾਂ ਦੀ ਗੂੜੀ ਆਸਥਾ। ਜੀ ਉਹ ਕਹਿੰਦੇ ਇਹ ਸੋਚਦੇ ਆ ਕਿ ਰੱਬ ਨੇ ਬੱਚਾ ਸ਼ਾਇਦ ਸਾਨੂੰ ਇਸ ਕਰਕੇ ਦੇਤਾ ਕਿ ਰੱਬ ਨੇ ਸਮਝਿਆ ਜੀ ਕਿ ਸ਼ਾਇਦ ਅਸੀਂ ਇਸ ਦੀ ਇਹਦਾ ਜਿਹੜਾ ਹੈ ਇਸ ਨੂੰ ਚੰਗੇ ਤਰੀਕੇ ਨਾਲ ਪਾਲ ਪੋਸ ਕੇ ਵੱਡਾ ਕਰ ਸਕਦੇ ਹਾਂ। ਸੋ ਅਸੀਂ ਜਿੰਨੀ ਕੁ ਸੇਵਾ ਕਰ ਸਕਦੇ, ਪਰ ਇਸ ਨਿਆਣੇ ਨੇ ਸਿੱਧ ਕਰ ਦਿੱਤਾ ਕਿ ਇਹ ਕਈ ਪੱਖਾਂ ਤੋਂ ਬਹੁਤ ਕਾਬਿਲ ਆ। ਇੰਨੀਆਂ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਅੱਜ ਉਸਨੇ ਆਪਣਾ ਲੋਹਾ ਬਣਵਾਇਆ ਕਈ ਖੇਤਰਾਂ ਦੇ ਵਿੱਚ। ਸੋ ਸਾਡੇ ਉਸਨੇ ਮਾਣ ਵਧਾਇਆ, ਪੰਜਾਬ ਦਾ ਮਾਣ ਵਧਾਇਆ ਤੇ ਪੂਰੇ ਮੁਲਕ ਦਾ ਮਾਣ ਵਧਿਆ ਜੀ। ਸੋ ਇਸ ਗੱਲੋਂ ਬਹੁਤ ਸੰਤੁਸ਼ਟ ਨੇ। ਬਿਲਕੁਲ। ਪਰ ਇਸ ਕਰਨ ਦੀ ਦਾਤ ਲੈਣੀ ਉਹਨਾਂ ਨੂੰ ਬਣਦੀ ਕਿ ਉਹ ਚੜ੍ਹਦੀ ਕਲਾ 'ਚ ਰਹੇ। ਹਾਂਜੀ। ਦ੍ਰਿੜਤਾ ਦੇ ਨਾਲ ਬੱਚੇ ਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਸ਼ਾਇਦ ਕੋਈ ਹੋਰ ਹੁੰਦਾ ਉਹ ਦਿਲ ਛੱਡ ਜਾਂਦਾ, ਢੇਰੀ ਢਾਹ ਲੈਂਦਾ। ਚੰਦਰ ਪ੍ਰਕਾਸ਼ ਨੇ ਪਹਿਲਾਂ ਪੱਤਰਕਾਰੀ ਕੀਤੀ, ਬਾਅਦ 'ਚੋਂ ਇਨਫੋਰਮੇਸ਼ਨ ਕਮਿਸ਼ਨਰ ਵੀ ਰਹੇ ਜੀ। ਪਰ ਜਿਹੜੇ ਵੀ ਅਹੁਦਿਆਂ 'ਤੇ ਰਹੇ ਜਾਂ ਕੋਈ ਵੀ ਕੰਮ ਕੀਤਾ ਉਹਨਾਂ ਲਈ ਮਤਲਬ ਇਹ ਇੱਕ ਸੀਗੀ ਚੁਣੌਤੀ ਆ ਵਾਲੀ। ਸ਼ਾਇਦ ਜਿਹਨਾਂ ਕੋਲ ਇਹ ਅਹੁਦੇ ਨਾ ਹੁੰਦੇ ਤਾਂ ਉਹਨਾਂ ਲਈ ਹੋਰ ਵੀ ਔਖਾ ਹੋਣਾ ਸੀ। ਪਰ ਬਾਵਜੂਦ ਦੱਸਦੇ ਕਿ ਇਹ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਬੱਚੇ 'ਤੇ ਲਾਤੀ, ਮਿਹਨਤ ਕੀਤੀ ਇੰਨੀ, ਇੰਨਾ ਵਿਤਕਰਾ ਬੱਚੇ ਨੇ ਝੱਲਿਆ ਉਸ ਦੇ ਬਾਵਜੂਦ। ਸੋ ਇਹ ਸਾਰੀ ਗੱਲ ਇਹੀ ਸੂਚਕ ਹੈ ਕਿ ਜਿਹੜਾ ਢਹਿੰਦੀ ਕਲਾ 'ਚ ਜਾਣ ਨਾਲੋਂ ਜਿਹੜਾ ਉਹ ਨਿਹੰਗਾਂ ਦਾ ਬੋਲਾ ਉਹ ਅਪਣਾ ਲਿਆ ਜਾਵੇ। ਬਿਲਕੁਲ। ਉਹਦੇ 'ਚ ਕੁਝ ਸਿੱਖ ਲਿਆ ਜਾਵੇ। ਬਹੁਤ ਕਿ ਕਿਸੇ ਨੂੰ ਲੂਲਾ ਲੰਗੜਾ ਕਹਿਣਾ, ਕਿਸੇ ਨੂੰ ਕਾਣਾ ਕਰਕੇ ਉਸਦੀ ਭੰਡੀ ਕਰਨੀ, ਉਹਦਾ ਹਾਸਾ ਉਡਾਉਣਾ, ਉਹਦਾ ਮਜ਼ਾਕ ਉਡਾਉਣਾ, ਉਹ ਛੱਡ ਕੇ ਤਾਂ ਅਸੀਂ ਵੇਖੀਏ ਕਿ ਇਹਨਾਂ ਬੱਚਿਆਂ ਕੋਲ ਜੇ ਕੁਝ ਥੋੜ੍ਹੀਆਂ ਬਹੁਤੀਆਂ ਵੀ ਕੁਝ ਫੈਕਲਟੀਜ਼ ਕੰਮ ਕਰਦੀਆਂ, ਕਿਸ ਤਰ੍ਹਾਂ ਚੰਗੇ ਪਾਸੇ ਲਾਇਆ ਜਾ ਸਕਦਾ। ਹੁਣ ਜਿਹੜੇ ਪੈਰਾਲੰਪੀਅਨ ਨੇ ਉਹਨਾਂ ਨੇ ਵੀ ਤਾਂ ਮੈਡਲ ਲਏ ਹੋਏ ਆ, ਉਹਨਾਂ ਨੇ ਵੀ ਮਿਸਾਲਾਂ ਕਾਇਮ ਕੀਤੀਆਂ ਸੰਸਾਰ ਭਰ ਵਿੱਚ। ਤੇ ਉਹ ਕਈ ਵਾਰੀ ਅਸੀਂ ਵੇਖਦੇ ਕਿ ਓਲੰਪਿਕ ਨਾਲੋਂ ਵੱਧ ਪੈਰਾਲੰਪਿਕ ਦੀ ਟੀਮ ਜਿਹੜੀ ਹੈ ਮੈਡਲ ਲੈ ਲੈਂਦੀ। ਸੋ ਸਾਡੇ ਕੋਲ ਕਈ ਵਾਰੀ ਐਗਜ਼ਾਮਪਲ ਆਈਆਂ ਨੇ। ਤੇ ਇਹੋ ਜਿਹੇ ਲੋਕ ਤੁਸੀਂ ਦੇਖੋ ਜਦੋਂ ਅਗਵਾਈ ਕਰਨ ਵਾਲੇ ਹੁੰਦੇ ਆ, ਬੜਾ ਇਹੋ ਜਿਹਾ ਮੌਕਾ ਬਣਦਾ ਕਿ ਉਹਨਾਂ ਨੂੰ ਦੇਖ ਕੇ ਬੰਦਾ ਕਹਿੰਦਾ ਤਰਸ ਦੇ ਪਾਤਰ ਨਹੀਂ, ਰਹਿਮ ਦੇ ਪਾਤਰ ਨਹੀਂ, ਇਹ ਹੌਸਲੇ ਦੇ ਪਾਤਰ ਨਹੀਂ। ਮੈਂ ਜਦੋਂ ਵੀ ਮੌਕਾ ਮਿਲਿਆ ਤੇ ਪਿੰਗਲਵਾੜਾ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਜਾਂ ਰਾਹ ਦੇ ਵਿੱਚ ਉਹਨਾਂ ਦਾ ਸਥਾਨ ਪੈਂਦਾ ਗਾ, ਉੱਥੇ ਜਾ ਕੇ ਦੇਖਿਆ ਤੇ ਉੱਥੇ ਛੋਟੇ ਬੱਚੇ ਸੀ, ਹੁਣ ਵੱਡੇ ਹੋ ਗਏ। ਸੋਹਣਾ ਤੇ ਮੋਹਣਾ, ਇਹ ਸੋਹਣਾ ਮੋਹਣਾ ਦੋ ਐਸੇ ਬੱਚੇ ਨੇ ਜਿਨ੍ਹਾਂ ਦੇ ਸਰੀਰ ਧੜ ਅੰਦਰੋਂ ਹੇਠੋਂ ਜੁੜੇ ਹੋਏ ਨੇ, ਸਿਰਫ ਸਿਰ ਹੀ ਵੱਖੋ ਵੱਖਰੇ ਨੇ। ਛੋਟੇ ਹੁੰਦੇ ਕਿਉਂਕਿ ਸ਼ਾਇਦ ਬਚਦੇ ਨਾ ਉਸ ਹਾਲਤ ਦੇ ਵਿੱਚ ਪਿੰਗਲਵਾੜੇ ਡਾਕਟਰ ਇੰਦਰਜੀਤ ਕੌਰ ਹੋਰਾਂ ਕੋਲੇ ਲੈ ਆਂਦੇ ਗਏ। ਭਗਤ ਪੂਰਨ ਸਿੰਘ ਦੀ ਉਸ ਛਤਰ ਛਾਇਆ ਜਿਹੜੀ ਸੀ ਉਸ ਨੂੰ ਅੱਗੇ ਤੋਰਨ ਵਾਲੇ ਲੋਕਾਂ ਨੇ ਪਰਵਰਿਸ਼ ਕੀਤੀ। ਜਦੋਂ ਹੁਣ ਅਸੀਂ ਦੇਖਿਆ ਉਹ ਤਕਰੀਬਨ ਉਹਨਾਂ ਦੀ ਉਮਰ 10-12 ਸਾਲ ਦੀ ਹੋ ਗਈ ਤੇ ਉਹ ਹੁਣ ਇੰਨੇ ਹੌਸਲੇ 'ਚ ਨੇ। ਉਹ ਜਦੋਂ ਤੁਰਦੇ ਨੇ ਇਕੱਠੇ ਜਾਂਦੇ ਨੇ ਜਿੱਧਰ ਵੀ, ਉਹ ਕਹਿੰਦੇ ਨੇ ਸਾਨੂੰ ਕੋਈ ਵੀ ਆਉਣਾ ਕਵੇ ਕੀ ਹੋ ਰਿਹਾ ਕਿਸ ਤਰ੍ਹਾਂ। ਉਹ ਕਹਿੰਦੇ ਇਹ ਗੱਲ ਨਹੀਂ, ਅਸੀਂ ਤਾਂ ਬੜੇ ਚੜ੍ਹਦੀ ਕਲਾ 'ਚ। ਹੁਣ ਉਹਨਾਂ ਨੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਸਿੱਖ ਲਿਆ। ਪਿੰਗਲਵਾੜੇ ਦੇ ਵਿੱਚ ਅਸੀਂ ਤੱਕਿਆ ਕਿ ਜਿੱਥੇ ਪਲੱਗ ਕੱਢਣੇ ਸੀ, ਲਾਉਣੇ ਸੀ, ਕਿਤੇ ਬਿਜਲੀ ਕਿਤੇ ਰੁਕੀ ਹੋਈ ਸੀ, ਉਹ ਬਸ ਉਹ ਦੋਨੇ ਜਾਣੇ ਉਹ ਉਧਰੋਂ ਕਿਉਂਕਿ ਸਿਰ ਵੱਖੋ ਵੱਖਰੇ ਨੇ, ਧੜ ਇੱਕੋ ਹੀ ਹੈ, ਉਹ ਉਧਰ ਕੰਮ ਕਰੀ ਜਾਵੇ ਉਧਰ ਕਰੀ ਜਾਵੇ। ਕਹਿੰਦੇ ਅਸੀਂ ਤਾਂ ਚਾਰ ਹੱਥਾਂ ਨਾਲ ਰਲੇ ਹਾਂ, ਅਸੀਂ ਤਾਂ ਬਹੁਤ ਵਧੀਆ। ਸੋਹਣੇ ਤੇ ਮੋਹਣੇ ਦੀ ਉਹਦੀ ਅੱਜ ਕੱਲ੍ਹ ਬਹੁਤ ਲੋਕਾਂ ਨੇ, ਮੇਰੇ ਕੋਲ ਖੁਦ ਵੀ ਵੀਡੀਓ ਐਸੀਆਂ ਸੀ ਜੋ ਦੇਖੀਆਂ ਉਹਨਾਂ ਨੂੰ ਕੰਮ ਕਰਦਿਆਂ ਨੂੰ, ਉਹ ਕਹਿੰਦੇ ਵੀ ਅਸੀਂ ਤਾਂ ਬਹੁਤ ਖੁਸ਼ ਹਾਂ, ਚੜ੍ਹਦੀ ਕਲਾ 'ਚ, ਕੋਈ ਹੀਣ ਭਾਵਨਾ ਹੈ ਹੀ ਨਹੀਂ। ਬਿਲਕੁਲ। ਮੈਂ ਸੋਚਦਾ ਗੁਰਦਿੱਤ ਸਿੰਘ ਜੀ ਕਿ ਜਿਹੜਾ ਜਿਵੇਂ ਜਸ਼ਵੀਰ ਨੇ ਖਾਸ ਤੌਰ ਤੇ ਜੀਐਨ ਸਾਹਿਬਾਂ ਵਾਲੀ ਹਾਲ ਦਾ ਨਾਰਾ ਮਾਰਿਆ ਜੀ, ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ, ਉਹ ਇੱਕ ਗੱਲ ਹੋਰ ਵੀ ਦੱਸਦਾ ਕਿ ਜਿਹੜੇ ਇੱਥੇ ਕਈ ਕੈਨੇਡਾ 'ਚ ਅਪਾਹਜਾਂ ਦੇ ਹੱਕਾਂ ਦੇ ਵਕਾਲਤ ਕਰਨ ਵਾਲੇ ਜਥੇਬੰਦੀਆਂ ਨੇ, ਜਿਹੜੇ ਕਹਿੰਦੇ ਜੀ ਅਪੰਗ ਲੋਕਾਂ ਦੇ ਨਾਲ ਖੜ੍ਹਦੇ ਹਾਂ। ਅਸੀਂ ਕਈਆਂ ਨੂੰ ਪਹੁੰਚ ਕੀਤੀ ਇੱਥੇ ਕਿ ਤੁਸੀਂ ਸਟੇਟਮੈਂਟ ਦਿਓ ਸਾਈ ਬਾਬੇ ਵਾਸਤੇ। ਉਹਨਾਂ ਦਾ ਇੱਕੋ ਜਵਾਬ ਹੁੰਦਾ ਸੀ ਕਿ ਇਹ ਸਿਆਸੀ ਮਾਮਲਾ ਅਸੀਂ ਦਖਲ ਨਹੀਂ ਦੇਣਾ, ਇਹ ਬਾਹਰਲਾ ਮਾਮਲਾ ਅਸੀਂ ਦਖਲ ਨਹੀਂ ਦੇਣਾ, ਹਾਲਾਂਕਿ ਮਨੁੱਖਤਾ ਦਾ ਮਾਮਲਾ ਜੀ। ਜੇ ਇੰਨੀ ਗੱਲ ਮਤਲਬ ਸੌਖਿਆਂ ਹੀ ਜਸ਼ਵੀਰ ਗੋਇਲ ਨੂੰ ਸਮਝ ਆ ਗਈ ਤੇ ਇਹਨਾਂ ਨੂੰ ਸਮਝਣ ਦੀ ਕੀ ਦਿੱਕਤ ਸੀ। ਇੱਦਾਂ ਹੀ ਸਾਡੇ ਸਿਆਸਤਦਾਨ ਨੇ ਦੇਸੀ ਮੂਲ ਦੇ, ਸਾਈ ਬਾਬੇ ਲਈ ਉਹ ਤਾਂ ਬੋਲੇ ਨਹੀਂ ਗਏ, ਪਰ ਇਹ ਬੱਚਾ ਉੱਥੇ ਬੈਠਾ ਸ਼ੇਰ ਦੀ ਜਾੜ 'ਚ ਬੋਲ ਰਿਹਾ, ਚਾਹੇ ਉਹਦਾ ਮੂੰਹ ਨਹੀਂ ਕੰਮ ਕਰਦਾ, ਜ਼ਬਾਨ ਨਹੀਂ ਕੰਮ ਕਰਦੀ, ਪਰ ਲਫ਼ਜ਼ ਤਾਂ ਬੋਲਦੇ ਨਾ। ਸੋ ਟਵਿੱਟਰ ਤੇ ਜਾ ਕੇ, ਸੋਸ਼ਲ ਮੀਡੀਆ ਜਾ ਕੇ ਬੋਲਦੇ ਰਹੋ ਤੇ ਤੁਹਾਡੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਤੁਹਾਨੂੰ ਕਿਸੇ ਨੂੰ ਵੀਜ਼ੇ ਦਾ ਡਰ ਆ, ਕਿਸੇ ਨੂੰ ਭਾਰਤ ਸਰਕਾਰ ਦਾ ਡਰ ਆ, ਕਿਸੇ ਨੂੰ ਇਹ ਹੈ ਕਿ ਵੀ ਅਸੀਂ ਲਿਹਾਜ਼ ਪਾਲਣਾ, ਅਸੀਂ ਸਿਰਫ NGO ਚਲਾ ਕੇ ਤੇ ਅਪੰਗ ਲੋਕਾਂ ਦੀ ਗਰਾਂਟਾਂ ਲੈ ਲਈਏ। ਮੈਨੂੰ ਲੱਗਦਾ ਇਹ ਸ਼ਰਮ ਦੀਆਂ ਗੱਲਾਂ ਨੇ ਆ ਬੜੀਆਂ। ਪਰ ਮੈਂ ਇਹ ਸੋਚਦਾ ਵੀ ਇਸ ਦੇ ਵਿੱਚ ਜਿਹੜੀ ਪ੍ਰੇਰਨਾ ਉਸ ਬੱਚੇ ਦੀ, ਉਹ ਉਸ ਪਿਤਾ ਦੀ ਪ੍ਰੇਰਨਾ ਉਸ 'ਚ ਝਲਕਦੀ ਹੈ, ਜਿਹਨੇ ਆਪ ਖੁਦ ਜਦੋਂ ਫਾਂਸੀ ਦੀ ਸਜ਼ਾ ਯਾਫਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਫਾਂਸੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਜਿਸ ਦੇ ਬਾਪ ਨੇ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉਸ ਦਾ ਬੱਚਾ ਪ੍ਰੋਫੈਸਰ ਸਾਈ ਬਾਬਾ ਦੇ ਲਈ ਆਵਾਜ਼ ਬੁਲੰਦ ਕਰ ਰਿਹਾ। ਗੱਲ ਬਣਦੀ ਹੈ। ਸਮੱਸਿਆ ਇੱਥੇ ਹੈ ਕਿ ਜਦੋਂ ਅਸੀਂ ਆਪ ਘਰ ਦੇ ਵਿੱਚ ਖੁਦ ਵੀ ਇਸ ਗੱਲ ਨੂੰ ਪਹਿਲ ਨਹੀਂ ਦਿੰਦੇ ਨਾ, ਤਾਂ ਅਸੀਂ ਕਹਿੰਦੇ ਹਾਂ ਕਿ ਤੱਤੀਆਂ ਹਵਾ ਤੋਂ ਪਰੇ ਪਰੇ ਰਹਿਣਾ,
ਇਹ ਬਸ ਵਗਦੀਆਂ ਬਹੁਤ ਨੇ, ਇਹਨਾਂ ਤੋਂ ਬਚਾ ਕੇ ਆਪਣਾ ਖਾਓ ਪੀਓ ਐਸ਼ ਕਰੋ ਮਿੱਤਰੋ। ਮੈਂ ਇੱਥੇ ਇੱਕ ਗੱਲ ਸੋਚਦਾ ਵੀ ਸਾਡਾ ਤਾਂ ਇਹ ਸੱਭਿਆਚਾਰ ਹੈ ਹੀ ਨਹੀਂ ਸੀ। ਸਾਡਾ ਸੱਭਿਆਚਾਰ ਇਹ ਨਹੀਂ ਸੀ ਖਾਓ ਪੀਓ ਐਸ਼ ਕਰੋ। ਸਾਡਾ ਸੱਭਿਆਚਾਰ ਇਹ ਨਹੀਂ ਸੀ ਕਿ ਕੰਨ ਰਸ ਦੇ ਗੀਤ ਸੁਣ ਕੇ ਮौज ਮਸਤੀ ਕਰੋ। ਸਾਡਾ ਸੱਭਿਆਚਾਰ ਇਹ ਨਹੀਂ ਸੀ ਕਿ ਦਿਨ ਰਾਤ ਅਸੀਂ ਤੁੰਗ ਲੰਗ ਲੰਗ ਕਰੀ ਜਾਈਏ ਤੇ ਜਿੱਥੇ ਕੋਈ ਪੰਜਾਬੀ ਨੂੰ ਦੇਖੇ ਤਾਂ ਉਹ ਉਹਨਾਂ ਨੂੰ ਦੇਖ ਕੇ ਇਉਂ ਕਹੇ ਵੀ ਇਹ ਸ਼ਾਇਦ ਇਹ ਭੰਗੜਾ ਪਾਉਣ ਵਾਲੇ ਹੀ ਨੇ। ਭੰਗੜਾ ਪਾਉਣਾ ਮਾੜਾ ਨਹੀਂ, ਪਰ ਮੈਨੂੰ ਆਪਣੇ ਦੋਸਤ ਦਵਿੰਦਰ ਪੂਨੀਆ ਦੀ ਗੱਲ ਯਾਦ ਆ ਰਹੀ ਹੈ। ਉਹ ਕਹਿੰਦਾ ਵੀ ਅਸੀਂ ਜਾ ਰਹੇ ਸੀ ਇੱਕ ਬੜੇ ਵਧੀਆ ਹਿਲ ਸਟੇਸ਼ਨ ਤੇ ਉੱਥੇ ਖੜੇ 3-4 ਦੋਸਤ, ਅਸੀਂ ਸਾਰਿਆਂ ਨੇ ਦਸਤਾਰਾਂ ਸਜਾਈਆਂ ਹੋਈਆਂ, ਸੋਹਣੇ ਨੌਜਵਾਨ, ਤੇ ਉੱਥੇ ਇੱਕ ਵਿਅਕਤੀ ਮੋਟਰਸਾਈਕਲ ਤੇ ਆਇਆ, ਉਹਨਾਂ ਦੇ ਨਾਲ ਬੱਚਾ, ਤੇ ਉਹ ਜਦੋਂ ਸਾਨੂੰ ਦੇਖ ਕੇ ਉਹਨੇ ਮੋਟਰਸਾਈਕਲ ਰੋਕਿਆ ਤੇ ਬੱਚਾ ਨੱਚਣ ਲੱਗ ਗਿਆ। ਕਹਿੰਦਾ ਉਹ ਅਸੀਂ ਦੇਖਿਆ ਵੀ ਇਹ ਕਿਹਨੂੰ ਹੋ ਗਿਆ। ਕਹਿੰਦਾ ਉਹ ਆਪਣੇ ਡੈਡੀ ਨੂੰ ਕਹਿ ਰਿਹਾ, ਡੈਡੀ 3 ਬੱਲੇ ਬੱਲੇ 3 ਬੱਲੇ ਬੱਲੇ। ਆਹ ਅਸੀਂ ਇਮੇਜ ਬਣਾ ਲਈ ਹੈ। ਸਾਡੀ ਗੰਭੀਰਤਾ, ਸਾਡੀ ਸੰਵੇਦਨਾ, ਸਾਡਾ ਚਿੰਤਨ ਕਿੱਧਰ ਗਿਆ? ਸਾਡੀ ਮੱਤ ਮਾਰ ਦਿੱਤੀ ਸਾਡੇ ਉਹਨਾਂ ਅਖੌਤੀ ਕਲਾਕਾਰਾਂ ਨੇ, ਉਹਨਾਂ ਲਿਖਾਰੀਆਂ ਨੇ, ਜਿਨ੍ਹਾਂ ਨੇ ਅੰਦਰੋਂ ਕੱਢ ਹੀ ਲਿਆ ਜਿਹੜਾ ਕਿ ਅੰਦਰ ਇੱਕ ਬਲ ਸੀ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ। ਨਹੀਂ ਤਾਂ ਅਸੀਂ ਉਮੀਦ ਹੋਈਏ ਗੁਰੂ ਤੇਗ ਬਹਾਦਰ ਦੀ, ਜਿਨ੍ਹਾਂ ਨੇ ਕਿਸੇ ਤੇ ਜ਼ੁਲਮ ਹੋ ਰਿਹਾ ਤੇ ਆਪਣੇ ਆਪ ਨੂੰ ਸ਼ਹਾਦਤ ਦੇ ਰਸਤੇ ਤੋਰ ਲਿਪਿਆ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਕਿਸੇ ਤੇ ਤਸ਼ੱਦਦ ਜਾਂ ਕਿਸੇ ਤਰ੍ਹਾਂ ਦਾ ਸਰੀਰਕ ਖਿਲਾਫ ਕੁਝ ਹੋ ਰਿਹਾ ਅੱਗੇ ਆਏ। ਪਰ ਅਸੀਂ ਕਿਹੜੇ ਪਾਸੇ ਚੱਲ ਪਏ ਆ? ਦੇਖੋ ਜਿਹੜਾ ਚੰਦਰ ਪ੍ਰਕਾਸ਼ ਦੀ ਮਿਸਾਲ ਹੀ ਆ ਜੀ ਕਿ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਸਲਾ ਉੱਠਿਆ ਤੇ ਬਿੱਟੇ ਵਰਗੇ ਬਿਆਨ ਦੇ ਰਹੇ ਸੀ ਕਿ ਉਸ ਨੂੰ ਫਾਂਸੀ ਦਿਓ ਜੀ, ਔਰ ਦਲੀਲ ਕੀ ਦੇ ਰਹੇ ਸੀ ਕਿ ਵੀ ਇਹ ਦਹਿਸ਼ਤਗਰਦੀ ਦਾ ਮਾਮਲਾ, ਦਹਿਸ਼ਤਗਰਦੀ ਨੂੰ ਸ਼ਹਿ ਮਿਲੇਗੀ। ਸੋ ਪੁਲਿਸ ਵਾਲਿਆਂ ਦੇ ਵਾਸਤੇ ਪਾਰੇ ਗਏ, ਕਈ ਪੁਲਿਸ ਵਾਲੇ ਮਰੇ ਜਿਹੜੇ ਦਹਿਸ਼ਤਗਰਦੀ ਨਾਲ ਸੋ ਕਾਲ ਲੜਾਈ ਦੇ ਵਿੱਚ। ਚੰਦਰ ਪ੍ਰਕਾਸ਼ ਨੇ ਇਹੀ ਗੱਲ ਕਹੀ, ਸਧਾਰਨ ਜੀ ਗੱਲ, ਕਿ ਮੈਨੂੰ ਸਮਝ ਇਹ ਨਹੀਂ ਆਉਂਦੀ ਕਿ ਜਿਹੜੇ ਪੁਲਿਸ ਅਫਸਰ ਸਾਹਿਬਾਨ ਨੇ ਮੁਕਾਬਲੇ ਬਣਾਏ ਉਹ ਤਾਂ ਬਚੇ ਹੋਏ ਆ। ਹਾਂ, ਅੱਜ ਤੱਕ ਮੈਂ ਤਾਂ ਸੁਣਿਆ ਨਹੀਂ ਕਿਸੇ ਨੂੰ ਫਾਂਸੀ ਲੱਗੀ ਹੋਵੇ। ਇਹ ਕਿੰਨੇ ਕੁ ਹੋਰ ਫਾਂਸੀ ਚੜ੍ਹੋਗੇ, ਅੱਗੇ ਕਈਆਂ ਨੂੰ ਫਾਂਸੀਆਂ ਹੋ ਗਈਆਂ, ਮੁਕਾਬਲੇ ਬਣਾ ਦਿੱਤੇ ਗਏ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਸਾਹਿਬ ਬਾਬਾ ਲਈ ਵੀ ਜਦੋਂ ਅਸੀਂ ਉਹਨਾਂ ਨੂੰ ਪਹੁੰਚ ਕੀਤੀ ਉਦੋਂ ਕਿਹਾ ਕਿ ਇਹ ਹੋ ਸਕਦਾ ਕਿ ਜਿਹੜਾ ਯਸ਼ਵੀਰ ਹੈ ਇਸ ਦੇ ਬਾਰੇ ਕੁਝ ਬਿਆਨ ਦੇ ਸਕਦਾ। ਉਹ ਕਹਿੰਦੇ ਬਿਲਕੁਲ, ਪ੍ਰੋਵੀਜ਼ਨ ਵੀ ਹੈ ਸਾਡੇ ਸਿਸਟਮ 'ਚ ਕਿ ਜਦੋਂ ਬੰਦਾ ਇਹੋ ਜਿਹੀ ਪੰਗਤਾਂ ਨਾਲ ਜੂਝ ਰਿਹਾ, ਜੇਲ੍ਹ 'ਚ ਸਾੜਿਆ ਜਾ ਰਿਹਾ, ਉਸ ਨੂੰ ਛੱਡਿਆ ਜਾਣਾ ਚਾਹੀਦਾ ਹਮਦਰਦੀ ਦੇ ਆਧਾਰ 'ਤੇ। ਸਧਾਰਨ ਜੀ ਗੱਲ ਸੀ ਇਹ। ਇਸ ਦੇ ਲਈ ਕੋਈ ਕਿਸੇ ਦਾ ਹਿਊਮਨ ਰਾਈਟਸ ਐਕਟਿਵਿਸਟ ਹੋਣਾ ਜ਼ਰੂਰੀ ਨਹੀਂ, ਲੈਫਟਿਸਟ ਹੋਣਾ ਜ਼ਰੂਰੀ ਨਹੀਂ, ਖੱਬੇ ਪੱਖੀ ਹੋਣਾ ਜ਼ਰੂਰੀ ਨਹੀਂ, ਕੋਈ PhD ਨਾ ਕੀਤੀ ਹੋਵੇ ਇਹੋ ਜਿਹੇ ਮਾਮਲੇ 'ਤੇ, ਇਹ ਵੀ ਕੋਈ ਜ਼ਰੂਰੀ ਨਹੀਂ ਗਾ। ਮਨੁੱਖਤਾ ਦੇ ਲੈਵਲ 'ਤੇ ਗੱਲ ਉਹਨਾਂ ਨੂੰ ਸਮਝ ਆ ਗਈ। ਜੀ ਜੀ, ਬਾਕੀ ਨੂੰ ਸਮਝਣ ਦੀ ਕੀ ਪਰੇਸ਼ਾਨੀ ਹੈ? ਜੀ, ਇਸ ਤੋਂ ਤਾਂ ਇਹ ਕਲੀਅਰ ਹੁੰਦਾ ਕਿ ਬਾਕੀ ਸਾਰੇ ਤੇਲ ਵੇਖੋ, ਤੇਲ ਦੀ ਧਾਰ ਵੇਖੋ ਵਾਲੀ ਦੌੜ 'ਚ ਸ਼ਾਮਲ ਨੇ। ਉਹਨਾਂ ਨੂੰ ਮਨੁੱਖਤਾ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਨਹੀਂ ਤਾਂ ਹਾਲਾਤ ਇਹ ਬਣੇ ਹੋਏ ਕਿ ਹੁਣ ਦੇਖੋ ਸਾਹਿਬ ਬਾਬੇ ਲਈ ਹਾਦ ਨਾਲ ਮਰਨ ਵਾਲਾ ਇੱਕ ਹੋਰ ਪ੍ਰੋਫੈਸਰ ਜੇਲ੍ਹ 'ਚ ਸੁੱਟ ਦਿੱਤਾ ਗਿਆ, ਜੀ, ਦਿੱਲੀ ਯੂਨੀਵਰਸਿਟੀ ਦਾ। ਉਸ 'ਤੇ ਵੀ ਭੀਮਾ ਗੋਰੇਗਾਂਵ ਦਾ ਕੇਸ ਬਣਾ ਦਿੱਤਾ ਗਿਆ। ਇਹ ਤਾਂ ਹੀ ਸਰਕਾਰਾਂ ਨੂੰ ਜਿਹੜਾ ਹੈ ਉਹਨਾਂ ਦੇ ਹੌਸਲੇ ਖੁੱਲੇ ਕਿ ਲੋਕਾਂ 'ਚ ਮੁਆਸ਼ਰੇ 'ਚ ਚੁੱਪੀ ਜਿਹੜੀ ਹੈ ਛਾਈ ਹੋਈ ਹੈ। ਇਹਨਾਂ ਪਿਓ ਪੁੱਤ ਨੇ ਜਿਹੜੀ ਚੁੱਪੀ ਤੋੜੀ ਹੈ, ਵਧਾਈ ਦੇਣੀ ਬਣਦੀ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਹਾਰਦਿਕ ਧੰਨਵਾਦ ਜੀ। ਸ਼ੁਕਰੀਆ ਜੀ ਤੁਹਾਡਾ। ਸੋ ਅਖੀਰ 'ਚ ਇਹੀ ਹੈ ਕਿ ਜਿਹੜੇ ਲੋਕ ਸੰਸਾਰ ਦੇ ਵਿੱਚ ਉਦਮ ਉਤਸ਼ਾਹ ਤੇ ਬਲ ਆਪਣਾ ਜਿਹੜਾ ਆਤਮਿਕ ਹੈ ਉਸ ਨੂੰ ਕਾਇਮ ਰੱਖਦੇ ਨੇ, ਉਹ ਜ਼ਾਲਮ ਨਾਲ ਸਮਝੌਤਾ ਵੀ ਨਹੀਂ ਕਰਦੇ। ਬੇਸ਼ੱਕ ਉਹਨਾਂ ਦੇ ਸਰੀਰ ਅਧੂਰੇ ਹੋਣ, ਦੁਨੀਆ ਦੀ ਪਰਿਭਾਸ਼ਾ ਦੇ ਵਿੱਚ ਉਹ ਅਪੰਗ ਹੋਣ, ਅਪਾਹਜ ਹੋਣ, ਪਰ ਇਹ ਸ਼ਬਦ ਵਰਤਣੇ ਉਹਨਾਂ ਲਈ ਕਿ ਉਹ ਸਰੀਰਕ ਤੌਰ ਤੇ ਲੂਲੇ ਲੰਗੜੇ ਜਾਂ ਅੰਨੇ ਕਾਣੇ ਨੇ, ਇਹ ਅੱਜ ਤੋਂ ਆਪਣੀ ਡਿਕਸ਼ਨਰੀ 'ਚੋਂ ਕੱਢ ਦਈਏ, ਉਹਨਾਂ ਸ਼ਬਦਾਂ ਨੂੰ ਭੁਲਾ ਦਈਏ। ਜੇ ਸਾਡੇ ਵਿਰਸੇ 'ਚ ਇੱਕ ਅੱਖੋਂ ਨਾ ਦਿਸਣ ਵਾਲੇ ਨੂੰ ਲੱਖ ਨੇਤਰਾ ਕਿਹਾ ਜਾਂਦਾ ਤਾਂ ਸਾਡੀ ਸੋਚ ਕਿਉਂ? ਆਪਣੀ ਸੋਚ ਦਾ ਅੰਨਾਪਣ ਖਤਮ ਕਰੀਏ, ਇਸ ਤਰ੍ਹਾਂ ਦੀ ਪਰਿਭਾਸ਼ਾ ਨੂੰ ਤਬਦੀਲ ਕਰੀਏ ਤੇ ਉਹਨਾਂ ਨੌਜਵਾਨਾਂ ਨੂੰ ਉਤਸ਼ਾਹ ਦੇਈਏ ਜਿਹੜੇ ਕਿਸੇ ਵੀ ਖੇਤਰ ਦੇ ਵਿੱਚ ਸੱਚੀ ਆਵਾਜ਼ ਬੁਲੰਦ ਕਰਦੇ ਨੇ, ਜਿਹੜੇ ਤੰਦਰੁਸਤ ਨੇ ਉਹ ਉਹਨਾਂ ਤੋਂ ਸੇਧ ਲੈਣ। सितारों से आगे यहाँ और भी हैं, अभी इश्क में इम्तिहान और भी हैं। बहुत शुक्रिया। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।